ਸ਼ੁਰੂ ਕਰਦੇ ਹਾਂ ਪਾਰਟ 2 ਲੋਕਾਂ ਦਾ ਚਹੇਤਾ ਬਣਨ ਦੇ 6 ਤਰੀਕੇ। ਪਹਿਲਾ ਤਰੀਕਾ, ਹਰ ਜਗ੍ਹਾ ਆਪਦਾ ਸਵਾਗਤ ਕਿਵੇਂ ਕਰਾਈਏ, ਲੋਕਾਂ ਦਾ ਦਿਲ ਕਿਵੇਂ ਜਿੱਤਿਆ ਜਾਏ। ਇਹ ਸਿੱਖਣ ਲਈ ਤੁਹਾਨੂੰ ਇਹ ਪੁਸਤਕ ਪੜ੍ਹਨ ਦੀ ਕੀ ਲੋੜ ਹੈ। ਇਸ ਦੀ ਬਜਾਏ ਤੁਸੀਂ ਦੁਨੀਆ ਦੇ ਸਭ ਤੋਂ ਚੰਗੇ ਦੋਸਤ ਬਣਾਉਣ ਵਾਲੇ ਦੀ ਤਕਨੀਕ ਕਿਉਂ ਨਹੀਂ ਸਿਖਾਉਂਦੇ। ਉਹ ਕੌਣ ਹੈ? ਉਹ ਤੁਹਾਨੂੰ ਕੱਲ੍ਹ ਸੜਕ ਉੱਤੇ ਆਉਂਦਾ ਹੋਇਆ ਦਿਖ ਸਕਦਾ ਹੈ। ਜਦੋਂ ਤੁਸੀਂ ਉਸ ਕੋਲੋਂ 10 ਫੁੱਟ ਦੀ ਦੂਰੀ 'ਤੇ ਹੋਵੋਗੇ ਤਾਂ ਉਹ ਆਪਦੀ ਪੂਛ ਹਿਲਾਉਣ ਲੱਗ ਜਾਵੇਗਾ। ਜੇਕਰ ਤੁਸੀਂ ਰੁਕ ਕੇ ਉਸ ਨੂੰ ਪੁਚਕਾਰੋਗੇ ਤਾਂ ਉਹ ਕੁੱਦ ਕੇ ਤੁਹਾਡੇ ਨਾਲ ਲਿਪਟ ਜਾਵੇਗਾ ਤੇ ਆਪਣੇ ਪਿਆਰ ਦਾ ਇਜ਼ਹਾਰ ਕਰੇਗਾ। ਤੇ ਤੁਸੀਂ ਜਾਣਦੇ ਹੋ ਕਿ ਉਸਦੇ ਪ੍ਰੇਮ ਦੇ ਅਭਿਵਿਅਕਤੀ ਦੇ ਪਿੱਛੇ ਉਸਦੇ ਦਿਲ ਵਿੱਚ ਕੋਈ ਸਵਾਰਥ ਜਾਂ ਕਪਟ ਨਹੀਂ ਹੈ। ਉਹ ਤੁਹਾਨੂੰ ਕੋਈ ਚੀਜ਼ ਵੇਚਣੀ ਨਹੀਂ ਚਾਹੁੰਦਾ ਜਾਂ ਉਹ ਤੁਹਾਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕੁੱਤਾ ਹੀ ਇਕੱਲਾ ਇਹੋ ਜਿਹਾ ਜਾਨਵਰ ਹੈ ਜਿਸ ਨੂੰ ਜਿੰਦਾ ਰਹਿਣ ਲਈ ਕੋਈ ਕੰਮ ਨਹੀਂ ਕਰਨਾ ਪੈਂਦਾ। ਮੁਰਗੀ ਨੂੰ ਆਂਡੇ ਦੇਣੇ ਪੈਂਦੇ ਨੇ, ਗਾਂ ਨੂੰ ਦੁੱਧ ਦੇਣਾ ਪੈਂਦਾ ਤੇ ਪੰਖੇਰੂਆਂ ਨੂੰ ਗਾਉਣਾ ਪੈਂਦਾ, ਪਰੰਤੂ ਕੁੱਤਾ ਤੁਹਾਨੂੰ ਸਿਰਫ ਪ੍ਰੇਮ ਦਿੰਦਾ ਹੈ। ਪ੍ਰੇਮ ਤੋਂ ਇਲਾਵਾ ਕੁਝ ਨਹੀਂ ਦਿੰਦਾ। ਜਦੋਂ ਮੈਂ 5 ਸਾਲਾਂ ਦਾ ਸੀ ਤਾਂ ਮੇਰੇ ਡੈਡੀ ਮੇਰੇ ਲਈ 50 ਸੈਂਟ ਵਿੱਚ ਇੱਕ ਨਿੱਕਾ ਜਿਹਾ ਪੀਲੇ ਵਾਲਾਂ ਵਾਲਾ ਪਿੱਲਾ ਲੈ ਆਏ। ਉਹ ਮੇਰੇ ਬਚਪਨ ਦੇ ਦੁੱਖ ਸੁੱਖ ਦਾ ਸੰਗੀ ਸੀ। ਹਰ ਦੁਪਹਿਰ 4:30 ਵਜੇ ਦੇ ਕਰੀਬ ਉਹ ਵਿਹੜੇ ਵਿੱਚ ਬਹਿ ਜਾਂਦਾ ਸੀ ਤੇ ਆਪਣੀਆਂ ਸੋਹਣੀਆਂ ਅੱਖਾਂ ਨਾਲ ਸੜਕ ਉੱਪਰ ਨਜ਼ਰਾਂ ਟਿਕਾਈ ਰੱਖਦਾ ਸੀ, ਜਿਵੇਂ ਉਹ ਮੇਰੀ ਆਵਾਜ਼ ਸੁਣਦਾ ਸੀ ਜਾਂ ਮੈਨੂੰ ਆਉਂਦੇ ਹੋਏ ਦੇਖਦਾ ਸੀ। ਤੁਰੰਤ ਗੋਲੀ ਦੀ ਰਫ਼ਤਾਰ ਨਾਲ ਦੌੜਦਾ ਤੇ ਖੁਸ਼ੀ ਅਤੇ ਆਨੰਦ ਦੀਆਂ ਆਵਾਜ਼ਾਂ ਵਿੱਚ ਮੇਰਾ ਸਵਾਗਤ ਕਰਦੇ ਹੋਏ ਮੇਰੇ ਨਾਲ ਲਿਪਟ ਜਾਂਦਾ ਸੀ। ਟਿੱਪੀ 5 ਸਾਲ ਤੱਕ ਮੇਰਾ ਸਭ ਤੋਂ ਚੰਗਾ ਦੋਸਤ ਰਿਹਾ। ਫਿਰ ਇੱਕ ਦੁਖਦਾਈ ਰਾਤ ਨੂੰ, ਤੇ ਮੈਂ ਇਸ ਨੂੰ ਕਦੇ ਨਹੀਂ ਭੁੱਲ ਪਾਵਾਂਗਾ, ਉਹ ਮੇਰੇ ਤੋਂ 10 ਕਦਮਾਂ ਦੀ ਦੂਰੀ ਉੱਤੇ ਬਿਜਲੀ ਡਿੱਗਣ ਨਾਲ ਮਰ ਗਿਆ। ਟਿੱਪੀ ਦੀ ਮੌਤ ਮੇਰੇ ਬਚਪਨ ਦਾ ਸਭ ਤੋਂ ਵੱਡਾ ਹਾਦਸਾ ਸੀ। ਤੁਸੀਂ ਕਦੇ ਮਨੋਵਿਗਿਆਨ ਦੀ ਕੋਈ ਪੁਸਤਕ ਨਹੀਂ ਪੜ੍ਹੀ, ਤੁਹਾਨੂੰ ਇਸ ਦੀ ਕੋਈ ਲੋੜ ਵੀ ਨਹੀਂ ਸੀ। ਤੁਸੀਂ ਕਿਸੇ ਦੇਵੀ ਪ੍ਰੇਰਨਾ ਨਾਲ ਇਹ ਜਾਣਦੇ ਸੀ ਕਿ ਦੂਜਿਆਂ ਅੰਦਰ ਰੁਚੀ ਲੈ ਕੇ ਤੁਸੀਂ 2 ਮਹੀਨਿਆਂ ਵਿੱਚ ਇੰਨੇ ਜ਼ਿਆਦਾ ਦੋਸਤ ਬਣਾ ਸਕਦੇ ਹੋ ਜਿੰਨੇ ਕਿ ਤੁਸੀਂ 2 ਸਾਲਾਂ ਵਿੱਚ ਬਣਾ ਪਾਓਗੇ। ਜੇਕਰ ਤੁਸੀਂ ਇਹ ਚਾਹੋ ਕਿ ਦੂਜੇ ਤੁਹਾਡੇ ਅੰਦਰ ਰੁਚੀ ਲੈਣ, ਮੈਂ ਇਸ ਨੂੰ ਇੱਕ ਵਾਰ ਫੇਰ ਦੁਹਰਾਉਣਾ ਚਾਹਾਂਗਾ, ਦੂਜਿਆਂ ਅੰਦਰ ਰੁਚੀ ਲੈ ਕੇ ਤੁਸੀਂ 2 ਮਹੀਨਿਆਂ ਵਿੱਚ ਇੰਨੇ ਜ਼ਿਆਦਾ ਦੋਸਤ ਬਣਾ ਸਕਦੇ ਹੋ ਜਿੰਨੇ ਕਿ ਤੁਸੀਂ 2 ਸਾਲਾਂ ਵਿੱਚ ਬਣਾ ਪਾਓਗੇ। ਜੇਕਰ ਤੁਸੀਂ ਇਹ ਚਾਹੋ ਕਿ ਦੂਜੇ ਤੁਹਾਡੇ ਅੰਦਰ ਰੁਚੀ ਲੈਣ, ਪਰੰਤੂ ਅਸੀਂ ਸਾਰੇ ਇੱਕੋ ਜਿਹੇ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਇਸ ਗੱਲ ਦੀ ਕੋਸ਼ਿਸ਼ ਕਰਦੇ ਨੇ ਕਿ ਦੂਜੇ ਲੋਕ ਉਹਨਾਂ ਅੰਦਰ ਰੁਚੀ ਲੈਣ, ਤੇ ਇਸੇ ਵਜ੍ਹਾ ਨਾਲ ਉਹ ਇੱਕ ਤੋਂ ਬਾਅਦ ਇੱਕ ਗਲਤੀਆਂ ਕਰਦੇ ਚਲੇ ਜਾਂਦੇ ਹਨ। ਜ਼ਾਹਿਰ ਹੈ ਉਹਨਾਂ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਨਹੀਂ ਮਿਲਦੀ ਤੇ ਉਹ ਅਸਫਲ ਹੋ ਜਾਂਦੇ ਹਨ। ਲੋਕਾਂ ਦੀ ਤੁਹਾਡੇ ਅੰਦਰ ਕੋਈ ਦਿਲਚਸਪੀ ਨਹੀਂ ਹੈ, ਉਹਨਾਂ ਦੀ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹਨਾਂ ਦੀ ਦਿਲਚਸਪੀ ਤਾਂ ਆਪਣੇ ਆਪ ਅੰਦਰ ਹੈ। ਸਵੇਰ, ਦੁਪਹਿਰ, ਸ਼ਾਮ, 24 ਘੰਟੇ। ਨਿਊਯਾਰਕ ਟੈਲੀਫੋਨ ਕੰਪਨੀ ਨੇ ਇਹ ਜਾਣਨ ਲਈ ਇੱਕ ਸਰਵੇ ਕੀਤਾ ਕਿ ਟੈਲੀਫੋਨ ਤੇ ਹੋਣ ਵਾਲੀਆਂ ਗੱਲਾਂ ਵਿੱਚ ਕਿਸ ਸ਼ਬਦ ਦਾ ਪ੍ਰਯੋਗ ਸਭ ਤੋਂ ਜ਼ਿਆਦਾ ਵਾਰ ਕੀਤਾ ਜਾਂਦਾ ਹੈ। ਤੁਸੀਂ ਠੀਕ ਸਮਝੇ। ਸਰਵੇ ਨਾਲ ਇਹ ਪਤਾ ਚੱਲਿਆ ਕਿ ਮੈਂ ਸ਼ਬਦ ਸਭ ਤੋਂ ਜ਼ਿਆਦਾ ਵਾਰੀ ਬੋਲਿਆ ਜਾਂਦਾ ਹੈ। 500 ਗੱਲਾਂ ਬਾਤਾਂ ਵਿੱਚ ਮੈਂ 3900 ਵਾਰੀ ਬੋਲਿਆ ਗਿਆ। ਇਸੇ ਤਰ੍ਹਾਂ ਜਦੋਂ ਤੁਸੀਂ ਕੋਈ ਗਰੁੱਪ ਫੋਟੋ ਦੇਖਦੇ ਹੋ ਜਿਸ ਵਿੱਚ ਤੁਹਾਡੀ ਤਸਵੀਰ ਹੋਵੇ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਸ ਦੀ ਤਸਵੀਰ ਲੱਭਦੇ ਹੋ। ਜੇਕਰ ਅਸੀਂ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਤੇ ਆਪਣੇ ਆਪ ਵਿੱਚ ਉਹਨਾਂ ਦੀ ਦਿਲਚਸਪੀ ਜਗਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਕੋਲੇ ਸੱਚੇ ਅਤੇ ਚੰਗੇ ਦੋਸਤ ਨਹੀਂ ਹੋਣਗੇ। ਸੱਚੇ ਦੋਸਤ ਇਸ ਤਰ੍ਹਾਂ ਨਹੀਂ ਬਣਾਏ ਜਾਂਦੇ। ਵੀਏਨਾ ਦੇ ਪ੍ਰਸਿੱਧ ਮਨੋਵਿਗਿਆਨਕ ਐਲਫਰੈਡ ਐਡਲਰ ਨੇ ਵਾਟ ਲਾਈਫ ਸ਼ੁੱਡ ਮੀਨ ਟੂ ਯੂ ਨਾਂ ਦੀ ਇੱਕ ਪੁਸਤਕ ਲਿਖੀ ਹੈ। ਇਸ ਪੁਸਤਕ ਵਿੱਚ ਉਹਨਾਂ ਨੇ ਲਿਖਿਆ ਹੈ, ਜਿਸ ਵਿਅਕਤੀ ਦੀ ਦੂਜੇ ਲੋਕਾਂ ਅੰਦਰ ਰੁਚੀ ਨਹੀਂ ਹੁੰਦੀ ਉਸ ਨੂੰ ਜੀਵਨ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ ਤੇ ਉਹ ਦੂਜਿਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਦੇ ਵਿਅਕਤੀ ਹੀ ਸਭ ਤੋਂ ਜ਼ਿਆਦਾ ਅਸਫਲ ਦੇਖੇ ਗਏ ਹਨ। ਤੁਸੀਂ ਮਨੋਵਿਗਿਆਨ ਉੱਤੇ ਅਨੇਕਾਂ ਹੀ ਗ੍ਰੰਥਾਂ ਨੂੰ ਪੜ੍ਹ ਸਕਦੇ ਹੋ, ਫਿਰ ਵੀ ਇਹਨਾਂ ਵਿੱਚੋਂ ਤੁਹਾਡੇ ਜਾਂ ਮੇਰੇ ਕੰਮ ਕਰਨ ਲਈ ਕੋਈ ਮਹੱਤਵਪੂਰਨ ਬਿਆਨ ਨਹੀਂ ਮਿਲੇਗਾ। ਐਡਲਰ ਦਾ ਇਹ ਬਿਆਨ ਇੰਨਾ ਅਰਥ ਭਰਿਆ ਹੈ ਕਿ ਮੈਂ ਇਸ ਨੂੰ ਇੱਕ ਵਾਰੀ ਫੇਰ ਇੰਟੈਲੈਕਸ ਵਿੱਚ ਦੁਹਰਾਉਣਾ ਪਸੰਦ ਕਰਾਂਗਾ। ਜਿਸ ਵਿਅਕਤੀ ਦੀ ਦੂਜੇ ਲੋਕਾਂ ਵਿੱਚ ਰੁਚੀ ਨਹੀਂ ਹੁੰਦੀ ਉਸ ਨੂੰ ਜੀਵਨ ਅੰਦਰ ਸਭ ਤੋਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ ਤੇ ਉਹ ਦੂਜਿਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਦੇ ਵਿਅਕਤੀ ਸਭ ਤੋਂ ਜ਼ਿਆਦਾ ਅਸਫਲ ਦੇਖੇ ਗਏ ਹਨ। ਮੈਂ ਇੱਕ ਵਾਰੀ ਨਿਊਯਾਰਕ ਯੂਨੀਵਰਸਿਟੀ ਵਿਖੇ ਨਿੱਕੀ ਕਹਾਣੀਆਂ ਲਿਖਣ ਦਾ ਇੱਕ ਕੋਰਸ ਕੀਤਾ। ਉਸ ਕੋਰਸ ਵਿੱਚ ਇੱਕ ਪ੍ਰਸਿੱਧ ਮੈਗਜ਼ੀਨ ਦੇ ਸੰਪਾਦਕ ਨੇ ਸਾਡੀ ਕਲਾਸ ਨਾਲ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਉਹ ਆਪਣੀ ਡੈਸਕ ਉੱਤੇ ਪਈ ਹੋਈ ਦਰਜਨਾਂ ਕਹਾਣੀਆਂ ਵਿੱਚੋਂ ਕਿਸੇ ਵੀ ਇੱਕ ਕਹਾਣੀ ਨੂੰ ਚੁੱਕ ਲੈਂਦੇ ਹਨ ਤੇ ਕੁਝ ਪੈਰਾਗ੍ਰਾਫ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਲੇਖਕ ਲੋਕਾਂ ਨੂੰ ਪਸੰਦ ਕਰਦਾ ਹੈ ਜਾਂ ਨਹੀਂ। ਜੇਕਰ ਲੇਖਕ ਲੋਕਾਂ ਨੂੰ ਪਸੰਦ ਨਹੀਂ ਕਰਦਾ, ਉਹਨਾਂ ਨੇ ਕਿਹਾ, ਤਾਂ ਲੋਕ ਵੀ ਉਸ ਦੀ ਕਹਾਣੀ ਨੂੰ ਪਸੰਦ ਨਹੀਂ ਕਰਨਗੇ। ਇੱਕ ਅਨੁਭਵੀ ਸੰਪਾਦਕ ਕਹਾਣੀ ਲੇਖਣ ਦੇ ਆਪਣੇ ਲੈਕਚਰ ਵਿੱਚ 2 ਵਾਰੀ ਰੁਕਿਆ ਤੇ ਉਸਨੇ ਭਾਸ਼ਣ ਦੇਣ ਲਈ ਖਿਮਾ ਮੰਗਦਿਆਂ ਕਿਹਾ, ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਜਿਹੜਾ ਤੁਹਾਡਾ ਪਾਦਰੀ ਤੁਹਾਨੂੰ ਦੱਸੇਗਾ, ਪਰੰਤੂ ਯਾਦ ਰੱਖੋ, ਜੇਕਰ ਤੁਸੀਂ ਸਫਲ ਕਹਾਣੀਕਾਰ ਬਣਨਾ ਚਾਹੁੰਦੇ ਹੋ
ਤਾਂ ਤੁਹਾਨੂੰ ਲੋਕਾਂ ਅੰਦਰ ਰੁਚੀ ਲੈਣੀ ਹੋਵੇਗੀ। ਜੇਕਰ ਇਹ ਕਹਾਣੀਕਾਰ ਬਣਨ ਬਾਰੇ ਠੀਕ ਹੈ ਤਾਂ ਤੁਸੀਂ ਸੁਨਿਸ਼ਚਿਤ ਹੋ ਸਕਦੇ ਹੋ ਕਿ ਲੋਕਾਂ ਦੇ ਰੂਬਰੂ ਗੱਲ ਕਰਨ ਬਾਰੇ ਵੀ ਠੀਕ ਹੈ। ਜਦੋਂ ਹਾਵਰਡ ਥਰਸਟਨ ਬ੍ਰੌਡਵੇ ਵਿੱਚ ਆਪਣਾ ਆਖਰੀ ਸ਼ੋਅ ਦੇ ਰਹੇ ਸਨ ਤਾਂ ਮੈਂ ਉਸ ਸ਼ਾਮ ਉਹਨਾਂ ਦੇ ਡਰੈਸਿੰਗ ਰੂਮ ਵਿੱਚ ਸੀ। ਥਰਸਟਨ ਮੰਨੇ ਪ੍ਰਮੰਨੇ ਜਾਦੂਗਰ ਸਨ। 40 ਸਾਲਾਂ ਤੱਕ ਉਹਨਾਂ ਨੇ ਸਾਰੀ ਦੁਨੀਆ ਵਿੱਚ ਘੁੰਮ ਕੇ ਆਪਣਾ ਮਾਇਆਵੀ ਜਾਲ ਰਚਿਆ ਸੀ, ਦਰਸ਼ਕਾਂ ਨੂੰ ਦੰਦਾਂ ਹੇਠ ਉਂਗਲੀਆਂ ਦਬਾ ਲੈਣ ਲਈ ਮਜਬੂਰ ਕੀਤਾ ਸੀ ਤੇ ਜਨਤਾ ਨੂੰ ਹੈਰਾਨ ਕਰ ਦਿੱਤਾ ਸੀ। 6 ਕਰੋੜ ਤੋਂ ਜ਼ਿਆਦਾ ਲੋਕ ਉਹਨਾਂ ਦੇ ਸ਼ੋਅ ਦੇਖਣ ਲਈ ਟਿਕਟ ਖਰੀਦਦੇ ਸਨ ਤੇ ਉਹਨਾਂ ਨੂੰ ਤਕਰੀਬਨ $20 ਲੱਖ ਦਾ ਫਾਇਦਾ ਵੀ ਹੋਇਆ ਸੀ। ਮੈਂ ਮਿਸਟਰ ਥਰਸਟਨ ਕੋਲੋਂ ਉਹਨਾਂ ਦੀ ਸਫਲਤਾ ਦਾ ਰਾਜ਼ ਪੁੱਛਿਆ। ਇਸ ਦਾ ਸਕੂਲੀ ਸਿੱਖਿਆ ਨਾਲ ਕੋਈ ਸਬੰਧ ਨਹੀਂ, ਕਿਉਂਕਿ ਉਹ ਬਚਪਨ ਵਿੱਚ ਹੀ ਆਪਦੇ ਘਰੋਂ ਦੌੜ ਗਏ ਸਨ। ਉਹ ਮਾਲ ਗੱਡੀਆਂ ਵਿੱਚ ਸਵਾਰ ਹੋ ਕੇ ਆਪਣੀਆਂ ਯਾਤਰਾਵਾਂ ਕਰਦੇ, ਤੂੜੀ ਦੇ ਢੇਰ ਉੱਪਰ ਸੌਂਦੇ ਸਨ, ਘਰ ਘਰ ਜਾ ਕੇ ਆਪਣੇ ਖਾਣ ਲਈ ਭੀਖ ਮੰਗਦੇ ਤੇ ਰੇਲ ਦੀਆਂ ਪਟੜੀਆਂ ਦੇ ਆਲੇ ਦੁਆਲੇ ਲੱਗੇ ਵਿਗਿਆਪਨਾਂ ਨੂੰ ਪੜ੍ਹ ਕੇ ਉਹਨਾਂ ਨੇ ਪੜ੍ਹਨਾ ਸਿੱਖਿਆ ਸੀ। ਕੀ ਉਹਨਾਂ ਨੂੰ ਜਾਦੂ ਦਾ ਸਭ ਤੋਂ ਜ਼ਿਆਦਾ ਗਿਆਨ ਸੀ? ਨਹੀਂ। ਉਹਨਾਂ ਨੇ ਮੈਨੂੰ ਦੱਸਿਆ ਕਿ ਜਾਦੂ ਉੱਤੇ ਸੈਂਕੜੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਅਨੇਕਾਂ ਹੀ ਲੋਕ ਉਹਨਾਂ ਜਿੰਨਾ ਜਾਦੂ ਜਾਣਦੇ ਹਨ, ਪਰੰਤੂ ਉਹਨਾਂ ਕੋਲੇ ਇਹੋ ਜਿਹੀਆਂ 2 ਚੀਜ਼ਾਂ ਸਨ ਜਿਹੜੀਆਂ ਹੋਰ ਲੋਕਾਂ ਕੋਲ ਨਹੀਂ। ਪਹਿਲੀ, ਉਹਨਾਂ ਵਿੱਚ ਇਹ ਕਾਬਲੀਅਤ ਸੀ ਕਿ ਉਹ ਸਟੇਜ ਉੱਤੇ ਆਪਣਾ ਵਿਅਕਤੀਤਵ ਵੇਚ ਸਕਦੇ ਸਨ। ਉਹ ਇੱਕ ਮਾਸਟਰ ਸ਼ੋਅਮੈਨ ਸਨ। ਉਹ ਮਨੁੱਖੀ ਸੁਭਾਅ ਨੂੰ ਜਾਣਦੇ ਸਨ। ਉਹ ਆਪਣੇ ਹਰ ਕੰਮ, ਹਰ ਸੰਕੇਤਾਂ, ਆਵਾਜ਼ਾਂ ਦੀ ਹਰ ਲਹਿਰ, ਅੱਖਾਂ ਚੱਕਣ ਦੀ ਹਰ ਹਰਕਤ ਤੋਂ ਪਹਿਲਾਂ ਰਿਹਰਸਲ ਕਰ ਲੈਂਦੇ ਸਨ। ਉਹਨਾਂ ਦੀ ਟਾਈਮਿੰਗ ਪਰਫੈਕਟ ਸੀ। ਪਰੰਤੂ ਇਸ ਤੋਂ ਇਲਾਵਾ ਥਰਸਟਨ ਦੀ ਲੋਕਾਂ ਵਿੱਚ ਅਸਲ ਰੁਚੀ ਸੀ। ਉਹਨਾਂ ਨੇ ਮੈਨੂੰ ਦੱਸਿਆ, ਕਈ ਜਾਦੂਗਰ ਦਰਸ਼ਕਾਂ ਨੂੰ ਦੇਖਦੇ ਹਨ ਤੇ ਆਪਣੇ ਆਪ ਨੂੰ ਕਹਿੰਦੇ ਹਨ, ਮੇਰੇ ਸਾਹਮਣੇ ਕੁਝ ਮੂਰਖ ਲੋਕ ਬੈਠੇ ਹਨ ਜਿਨ੍ਹਾਂ ਵਿੱਚ ਕੋਈ ਬੁੱਧੀ ਨਹੀਂ, ਮੈਂ ਉਹਨਾਂ ਨੂੰ ਆਸਾਨੀ ਨਾਲ ਮੂਰਖ ਬਣਾ ਦੇਵਾਂਗਾ। ਪਰੰਤੂ ਥਰਸਟਨ ਦਾ ਤਰੀਕਾ ਵੱਖਰਾ ਸੀ। ਹਰ ਵਾਰੀ ਸਟੇਜ ਤੇ ਜਾਣ ਵੇਲੇ ਉਹ ਆਪਦੇ ਆਪ ਨੂੰ ਕਿਹਾ ਕਰਦੇ ਸਨ, ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹ ਲੋਕ ਮੈਨੂੰ ਦੇਖਣ ਆਏ ਹਨ। ਇਹਨਾਂ ਲੋਕਾਂ ਕਾਰਨ ਹੀ ਮੇਰੀ ਰੋਜੀ ਰੋਟੀ ਇੰਨੇ ਵਧੀਆ ਢੰਗ ਨਾਲ ਚੱਲਦੀ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਮੈਂ ਇਹਨਾਂ ਦੇ ਸਾਹਮਣੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਾਂ। ਉਹਨਾਂ ਨੇ ਦੱਸਿਆ ਕਿ ਸਟੇਜ ਉੱਤੇ ਜਾਣ ਤੋਂ ਪਹਿਲਾਂ ਉਹ ਹਮੇਸ਼ਾ ਆਪਣੇ ਆਪ ਨੂੰ ਵਾਰ-ਵਾਰ ਆਹੀ ਕਹਿੰਦੇ, ਮੈਂ ਆਪਦੇ ਦਰਸ਼ਕਾਂ ਨਾਲ ਪਿਆਰ ਕਰਦਾ ਹਾਂ, ਮੈਂ ਆਪਦੇ ਦਰਸ਼ਕਾਂ ਨਾਲ ਪਿਆਰ ਕਰਦਾ ਹਾਂ। ਮੂਰਖਤਾਪੂਰਨ, ਬੇਤੁਕਾ, ਹਾਸੋਹੀਣਾ, ਤੁਸੀਂ ਜੋ ਚਾਹੋ ਸੋਚ ਸਕਦੇ ਹੋ। ਮੈਂ ਬਿਨਾਂ ਆਪਦੇ ਵੱਲੋਂ ਕੁਝ ਵੀ ਜੋੜੇ ਹੋਏ ਤੁਹਾਨੂੰ ਦੁਨੀਆ ਦੇ ਸਭ ਤੋਂ ਪ੍ਰਸਿੱਧ ਜਾਦੂਗਰਾਂ ਵਿੱਚੋਂ ਇੱਕ ਦੀ ਸਫਲਤਾ ਦਾ ਨੁਸਖਾ ਦੱਸ ਰਿਹਾ ਹਾਂ। ਪੈਨਸਿਲਵੇਨੀਆ ਵਿਖੇ ਰਹਿਣ ਵਾਲੇ ਨਾਰਥ ਵਾਰਨ ਦੇ ਜਾਰਜ ਡਾਈਕ ਦਾ ਪ੍ਰਸੰਗ ਸੁਣੋ। 30 ਸਾਲਾਂ ਤੱਕ ਆਪਣੇ ਸਰਵਿਸ ਸਟੇਸ਼ਨ ਬਿਜ਼ਨਸ ਵਿੱਚ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਮਜਬੂਰਨ ਰਿਟਾਇਰ ਹੋਣਾ ਪਿਆ, ਕਿਉਂਕਿ ਉਹਨਾਂ ਦੇ ਸਟੇਸ਼ਨ ਦੀ ਸਾਈਟ ਉੱਤੇ ਇੱਕ ਨਵਾਂ ਹਾਈਵੇ ਬਣ ਰਿਹਾ ਸੀ। ਰਿਟਾਇਰਮੈਂਟ ਤੋਂ ਬਾਅਦ ਵਿਹਲੇ ਬੈਠੇ ਉਹ ਅੱਕ ਗਏ। ਇਸ ਲਈ ਉਹਨਾਂ ਨੇ ਆਪਣੇ ਸੰਗੀਤ ਦੇ ਸ਼ੌਂਕ ਨੂੰ ਆਪਣੀ ਪੁਰਾਣੀ ਸਰੰਗੀ ਵਜਾਉਣ ਨਾਲ ਸਮਾਂ ਦੇਣ ਲੱਗੇ। ਛੇਤੀ ਹੀ ਕਈ ਮੰਨੇ ਪ੍ਰਮੰਨੇ ਸਰੰਗੀਕਾਰਾਂ ਦੀ ਪੇਸ਼ਕਾਰੀ ਨੂੰ ਸੁਣਨ ਲੱਗੇ ਤੇ ਗੱਲਾਂ ਬਾਤਾਂ ਰਾਹੀਂ ਸਾਂਝ ਕਰਨ ਲਈ ਉਹਨਾਂ ਨੇ ਅਨੇਕ ਥਾਵਾਂ ਦੀ ਯਾਤਰਾ ਕੀਤੀ। ਆਪਣੇ ਨਿਮਰ ਤੇ ਦੋਸਤਾਨਾ ਤਰੀਕਿਆਂ ਨਾਲ ਉਹ ਮੂਹਰਲੇ ਸੰਗੀਤਕਾਰਾਂ ਦੀ ਪਿਛੋਕੜ ਤੇ ਉਹਨਾਂ ਦੀਆਂ ਰੁਚੀਆਂ ਅੰਦਰ ਰੁਚੀ ਲੈਂਦੇ ਸਨ। ਹਾਲਾਂਕਿ ਉਹ ਆਪ ਕੋਈ ਬਹੁਤ ਵਧੀਆ ਸਰੰਗੀਕਾਰ ਨਹੀਂ ਸਨ, ਫਿਰ ਵੀ ਉਹਨਾਂ ਨੇ ਕਈ ਵਧੀਆ ਸੰਗੀਤਕਾਰਾਂ ਨੂੰ ਪੈਰਵੀ ਕਰਕੇ ਆਪਦਾ ਮਿੱਤਰ ਬਣਾ ਲਿਆ। ਉਹਨਾਂ ਨੇ ਕਈ ਪ੍ਰਤੀਯੋਗਿਤਾਵਾਂ ਵਿੱਚ ਵੀ ਭਾਗ ਲਿਆ ਤੇ ਛੇਤੀ ਹੀ ਅਮਰੀਕਾ ਦੇ ਪੂਰਬੀ ਹਿੱਸੇ ਦੇ ਸੰਗੀਤ ਪ੍ਰੇਮੀ ਉਹਨਾਂ ਨੂੰ ਬਤੌਰ ਅੰਕਲ ਜਾਰਜ ਕਿੰਜੂਆ ਕਾਉਂਟੀ ਦੇ ਸਰੰਗੀਵਾਦਕ ਦੇ ਨਾਮ ਨਾਲ ਜਾਣਨ ਲੱਗੇ। ਜਦੋਂ ਅੰਕਲ ਜਾਰਜ ਨਾਲ ਸਾਡੀ ਗੱਲ ਹੋਈ ਤਾਂ ਉਹ 72 ਸਾਲਾਂ ਦੇ ਸਨ ਤੇ ਆਪਣੇ ਜੀਵਨ ਦੇ ਹਰ ਪਲ ਦਾ ਆਨੰਦ ਲੈ ਰਹੇ ਸਨ। ਹੋਰ ਲੋਕਾਂ ਵਿੱਚ ਲਗਾਤਾਰ ਰੁਚੀ ਲੈਣ ਕਾਰਨ ਉਹਨਾਂ ਨੇ ਆਪਣੇ ਲਈ ਇੱਕ ਇਹੋ ਜਿਹੇ ਵਕਤ ਦਾ ਨਵਾਂ ਜੀਵਨ ਭਾਲ ਲਿਆ ਸੀ ਜਦੋਂ ਕਿ ਜ਼ਿਆਦਾਤਰ ਲੋਕ ਇਹ ਸੋਚ ਲੈਂਦੇ ਕਿ ਉਹਨਾਂ ਦਾ ਤਾਂ ਜੀਵਨ ਖਤਮ ਹੋ ਚੁੱਕਿਆ ਹੈ। ਇਹੀ ਥੀਓਡੋਰ ਰੂਜ਼ਵੈਲਟ ਦੀ ਹੈਰਾਨੀਕੁੰਨ ਪ੍ਰਸਿੱਧੀ ਦਾ ਰਹੱਸ ਸੀ। ਉਹਨਾਂ ਦੇ ਨੌਕਰ ਤੱਕ ਉਹਨਾਂ ਨਾਲ ਪਿਆਰ ਕਰਦੇ ਸਨ। ਉਹਨਾਂ ਦੇ ਵੈਲਟ ਜੇਮਜ਼ ਐਮਜ਼ ਨੇ ਉਹਨਾਂ ਤੇ ਇੱਕ ਪੁਸਤਕ ਲਿਖੀ ਹੈ, ਹੀਰੋ ਟੂ ਹਿਜ਼ ਵੈਲਟ। ਇਸ ਪੁਸਤਕ ਵਿੱਚ ਏਮਸ ਨੇ ਇਸ ਘਟਨਾ ਦਾ ਵਰਣਨ ਕੀਤਾ ਹੈ। ਮੇਰੀ ਪਤਨੀ ਨੇ ਇੱਕ ਵਾਰੀ ਰਾਸ਼ਟਰਪਤੀ ਨੂੰ ਪੁੱਛਿਆ ਕਿ ਬੌਬ ਵਾਈਟ ਕਿਸ ਤਰ੍ਹਾਂ ਦਾ ਹੁੰਦਾ ਹੈ। ਮੇਰੀ ਪਤਨੀ ਨੇ ਬੌਬ ਵਾਈਟ ਕਦੇ ਨਹੀਂ ਸੀ ਦੇਖਿਆ। ਰੂਜ਼ਵੈਲਟ ਨੇ ਪੂਰੇ ਵਿਸਤਾਰ ਨਾਲ ਬੌਬ ਵਾਈਟ ਬਾਰੇ ਦੱਸਿਆ। ਕੁਝ ਸਮੇਂ ਬਾਅਦ ਸਾਡੇ ਟੈਲੀਫੋਨ ਦੀ ਘੰਟੀ ਵੱਜੀ। ਏਮਸ ਅਤੇ ਉਹਨਾਂ ਦੀ ਪਤਨੀ ਰੂਜ਼ਵੈਲਟ ਦੇ ਘਰ ਦੇ ਕੋਲ ਹੀ ਰਹਿੰਦੇ ਸਨ। ਮੇਰੀ ਪਤਨੀ ਨੇ ਫੋਨ ਚੁੱਕਿਆ। ਫੋਨ ਰੂਜ਼ਵੈਲਟ ਦਾ ਸੀ। ਉਹਨਾਂ ਨੇ ਉਸ ਨੂੰ ਦੱਸਿਆ ਕਿ ਉਹਨਾਂ ਦੀ ਖਿੜਕੀ ਦੇ ਬਾਹਰ ਬੌਬ ਵਾਈਟ ਹੈ ਤੇ ਉਹ ਖਿੜਕੀ ਖੋਲ੍ਹ ਕੇ ਉਸ ਨੂੰ ਦੇਖ ਸਕਦੀ ਸੀ। ਇਸ ਤਰ੍ਹਾਂ ਦੀਆਂ ਨਿੱਕੀਆਂ ਗੱਲਾਂ ਰੂਜ਼ਵੈਲਟ ਦੀ ਖਾਸੀਅਤ ਸਨ। ਜਦੋਂ ਵੀ ਉਹ ਸਾਡੇ ਘਰ ਕੋਲੋਂ ਗੁਜ਼ਰਦੇ ਤਾਂ ਭਾਵੇਂ ਅਸੀਂ ਉਹਨਾਂ ਨੂੰ ਦਿਖੀਏ ਜਾਂ ਨਾ ਦਿਖੀਏ, ਅਸੀਂ ਉਹਨਾਂ ਦੀ ਆਵਾਜ਼ ਸੁਣ ਸਕਦੇ ਸੀ। ਉਹ ਏਨੀ ਜਾਂ ਉਹ ਜੇਮਸ, ਇਹ ਇੱਕ ਦੋਸਤਾਨੇ ਨਾਲ ਭਰਪੂਰ ਨਮਸਕਾਰ ਸੀ ਜਿਹੜੀ ਉਹ ਨੇੜਿਓਂ ਦੀ ਗੁਜ਼ਰਦੇ ਹੋਏ ਹਮੇਸ਼ਾ ਕਰਿਆ ਕਰਦੇ। ਇਸ ਤਰ੍ਹਾਂ ਦੇ ਵਿਅਕਤੀ ਨੂੰ ਕੌਣ ਪਸੰਦ ਨਹੀਂ ਕਰੇਗਾ। ਇੱਕ ਦਿਨ ਪ੍ਰੈਜ਼ੀਡੈਂਟ ਟੈਫਟ ਤੇ ਉਹਨਾਂ ਦੀ ਪਤਨੀ ਕਿਤੇ ਬਾਹਰ ਗਏ ਹੋਏ ਸਨ।
ਰੋਜ਼ਵੈਲਟ ਵਾਈਟ ਹਾਊਸ ਆਏ। ਛੋਟੇ ਲੋਕਾਂ ਨੂੰ ਸੱਚੇ ਦਿਲ ਨਾਲ ਪਸੰਦ ਕਰਨ ਦਾ ਤੱਥ ਇਸ ਗੱਲ ਨਾਲ ਉਜਾਗਰ ਹੋ ਜਾਂਦਾ ਹੈ ਕਿ ਉਹਨਾਂ ਨੇ ਵਾਈਟ ਹਾਊਸ ਦੇ ਸਾਰੇ ਪੁਰਾਣੇ ਵਰਕਰਾਂ ਨੂੰ ਉਹਨਾਂ ਦੇ ਨਾਵਾਂ ਨਾਲ ਬੁਲਾਇਆ, ਇੱਥੋਂ ਤੱਕ ਕਿ ਸਾਡੇ ਭਾਂਡੇ ਮਾਂਜਣ ਵਾਲੀਆਂ ਨੌਕਰਾਣੀਆਂ ਨੂੰ ਵੀ। ਪਰੰਤੂ ਜਦੋਂ ਉਹਨਾਂ ਨੇ ਏਲਿਸ ਨਾਮ ਦੀ ਕੁੱਕ ਨੂੰ ਦੇਖਿਆ, ਆਰਚੀ ਬਟ ਲਿਖਦੇ ਹਨ, ਤਾਂ ਉਹਨਾਂ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਹੁਣ ਵੀ ਕਾਰਨ ਬ੍ਰੈਡ ਬਣਾਉਂਦੀ ਹੈ। ਏਲਿਸ ਨੇ ਦੱਸਿਆ ਕਿ ਉਹ ਕਦੇ ਕਦਾਈ ਹੀ ਨੌਕਰਾਂ ਲਈ ਬਣਾਉਂਦੀ ਹੈ, ਪਰੰਤੂ ਮਾਲਕ ਲੋਕ ਉਸ ਨੂੰ ਨਹੀਂ ਖਾਂਦੇ, ਉਹਨਾਂ ਨੂੰ ਵਧੀਆ ਖਾਣੇ ਦੀ ਸਮਝ ਨਹੀਂ ਹੈ। ਰੋਜ਼ਵੈਲਟ ਨੇ ਭਰਮੀ ਆਵਾਜ਼ ਵਿੱਚ ਕਿਹਾ, ਤੇ ਜਦੋਂ ਮੈਂ ਪ੍ਰੈਜ਼ੀਡੈਂਟ ਨੂੰ ਮਿਲਾਂਗਾ ਤੇ ਮੈਂ ਉਹਨਾਂ ਨੂੰ ਵੀ ਇਹ ਗੱਲ ਦੱਸ ਦਿਆਂਗਾ। ਏਲਿਸ ਇੱਕ ਪਲੇਟ ਵਿੱਚ ਕਾਰਨ ਬ੍ਰੈਡ ਰੱਖ ਕੇ ਲਿਆਈ ਤੇ ਰੋਜ਼ਵੈਲਟ ਨੇ ਸਾਰੇ ਆਫਿਸ ਅੰਦਰ ਘੁੰਮ ਘੁੰਮ ਕੇ ਉਸ ਨੂੰ ਖਾਧਾ ਤੇ ਜਾਣ ਵੇਲੇ ਮਾਲੀਆਂ ਤੇ ਮਜ਼ਦੂਰਾਂ ਨੂੰ ਵੀ ਪਿਆਰ ਨਾਲ ਬੁਲਾਇਆ। ਉਹਨਾਂ ਨੇ ਹਰ ਵਿਅਕਤੀ ਨੂੰ ਉਸ ਤਰ੍ਹਾਂ ਸੰਬੋਧਿਤ ਕੀਤਾ ਜਿਵੇਂ ਉਹ ਪਹਿਲਾਂ ਕਰਿਆ ਕਰਦੇ ਸਨ। ਆਈਕ ਹੂਵਰ, ਜਿਹੜਾ ਵਾਈਟ ਹਾਊਸ ਵਿੱਚ 40 ਸਾਲਾਂ ਤੋਂ ਹੈੱਡ ਉਸ਼ੇਰ ਸੀ, ਅੱਖਾਂ ਵਿੱਚ ਅੱਥਰੂ ਭਰ ਕੇ ਕਹਿੰਦਾ ਹੈ, ਪਿਛਲੇ 2 ਸਾਲਾਂ ਵਿੱਚ ਇਹ ਸਭ ਤੋਂ ਸੁਖਮਈ ਦਿਨ ਸੀ ਤੇ ਸਾਡੇ ਵਿੱਚੋਂ ਕੋਈ ਵੀ $100 ਦੇ ਨੋਟ ਦੇ ਬਦਲੇ ਇਸ ਨੂੰ ਬਦਲਣ ਲਈ ਤਿਆਰ ਨਹੀਂ ਹੁੰਦਾ। ਨੀਵੇਂ ਦਿਖਣ ਵਾਲੇ ਲੋਕਾਂ ਵਿੱਚ ਰੁਚੀ ਲੈਣ ਦੀ ਆਹੀ ਪ੍ਰਵਿਰਤੀ ਚੈਟਹੈਮ ਨਿਊ ਜਰਸੀ ਦੇ ਸੇਲਜ਼ ਰਿਪਰੈਜ਼ੈਂਟੇਟਿਵ ਐਡਵਰਡ ਐਮ ਸਾਈਕਸ ਵਿੱਚ ਵੀ ਸੀ, ਤੇ ਉਹ ਇਸ ਪ੍ਰਵਿਰਤੀ ਦੀ ਵਜ੍ਹਾ ਨਾਲ ਉਹਨਾਂ ਨੂੰ ਇੱਕ ਗ੍ਰਾਹਕ ਨੂੰ ਬਣਾਈ ਰੱਖਣ ਵਿੱਚ ਵੀ ਫਾਇਦਾ ਹੋਇਆ। ਕਈ ਸਾਲ ਪਹਿਲਾਂ ਮੈਂ ਮੈਸਾਚਿਊਸੇਟਸ ਖੇਤਰ ਅੰਦਰ ਜੌਨਸਨ ਐਂਡ ਜੌਨਸਨ ਕੰਪਨੀ ਦੇ ਪ੍ਰਤੀਨਿਧੀ ਦੇ ਤੌਰ ਤੇ ਗਾਹਕਾਂ ਨੂੰ ਮਿਲਣ ਜਾਇਆ ਕਰਦਾ ਸੀ। ਹਿੰਗਹੈਮ ਵਿਖੇ ਇੱਕ ਦਵਾਈ ਦੀ ਦੁਕਾਨ ਵਿੱਚ ਸਾਡਾ ਖਾਤਾ ਸੀ। ਜਦੋਂ ਵੀ ਮੈਂ ਇਸ ਸਟੋਰ ਦੇ ਅੰਦਰ ਜਾਂਦਾ ਤਾਂ ਉਸ ਦੇ ਮਾਲਕ ਨਾਲ ਗੱਲ ਕਰਨ ਤੇ ਉਸ ਕੋਲੋਂ ਆਰਡਰ ਲੈਣ ਤੋਂ ਪਹਿਲਾਂ ਮੈਂ ਸੋਡਾ ਕਲਰਕ ਤੇ ਸੇਲਸ ਕਲਰਕ ਨਾਲ ਕੁਝ ਦੇਰ ਤੱਕ ਗੱਲਾਂ ਕਰਨ ਲਈ ਰੁਕ ਜਾਂਦਾ ਸੀ। ਇੱਕ ਦਿਨ ਮੈਂ ਮਾਲਕ ਨੂੰ ਮਿਲਿਆ ਤੇ ਉਸਨੇ ਮੈਨੂੰ ਕਿਹਾ ਕਿ ਉਹ ਹੁਣ ਜੌਨਸਨ ਐਂਡ ਜੌਨਸਨ ਦਾ ਸਮਾਨ ਨਹੀਂ ਖਰੀਦਣਾ ਚਾਹੁੰਦਾ, ਕਿਉਂਕਿ ਉਹ ਆਪਣੀਆਂ ਸਰਗਰਮੀਆਂ ਨੂੰ ਫੂਡ ਅਤੇ ਡਿਸਕਾਊਂਟ ਸਟੋਰ ਉੱਤੇ ਕੇਂਦਰਿਤ ਕਰ ਰਿਹਾ ਹੈ, ਜਿਸ ਨਾਲ ਉਸ ਦੀ ਦਵਾਈ ਦੀ ਦੁਕਾਨ ਨੂੰ ਘਾਟਾ ਹੋ ਰਿਹਾ ਹੈ। ਮੈਂ ਬਹੁਤ ਨਿਰਾਸ਼ ਹੋ ਗਿਆ, ਬੜੀ ਦੇਰ ਤੱਕ ਕਾਰ ਵਿੱਚ ਬੈਠਾ ਰਿਹਾ ਤੇ ਸ਼ਹਿਰ ਦੇ ਚੱਕਰ ਲਗਾਉਂਦਿਆਂ ਇਸ ਬਾਰੇ ਸੋਚਦਾ ਰਿਹਾ। ਆਖਰਕਾਰ ਮੈਂ ਫੈਸਲਾ ਲਿਆ ਕਿ ਮੈਂ ਵਾਪਸ ਜਾਵਾਂਗਾ ਤੇ ਸਟੋਰ ਦੇ ਮਾਲਕ ਨਾਲ ਇੱਕ ਵਾਰੀ ਫੇਰ ਤੋਂ ਮਿਲ ਕੇ ਉਸ ਦੇ ਸਾਹਮਣੇ ਆਪਦੀ ਸਥਿਤੀ ਨੂੰ ਸਪਸ਼ਟ ਕਰਾਂਗਾ। ਜਦੋਂ ਮੈਂ ਮੁੜ ਕੇ ਸਟੋਰ ਤੇ ਆਇਆ ਤੇ ਮੈਂ ਹਮੇਸ਼ਾ ਵਾਂਗ ਸੋਡਾ ਕਲਰਕ ਤੇ ਸੇਲਸ ਕਲਰਕ ਨੂੰ ਹੈਲੋ ਕੀਤਾ। ਇਸ ਤੋਂ ਬਾਅਦ ਮੈਂ ਮਾਲਕ ਨੂੰ ਮਿਲਣ ਗਿਆ। ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਉਸਨੇ ਮੇਰਾ ਸਵਾਗਤ ਕਰਦਿਆਂ ਮੈਨੂੰ ਆਮ ਸਧਾਰਨ ਤੋਂ ਦੁੱਗਣਾ ਆਰਡਰ ਦਿੱਤਾ। ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਪੁੱਛਿਆ ਕਿ ਕੁਝ ਘੰਟੇ ਪਹਿਲਾਂ ਤਾਂ ਉਹ ਮੈਨੂੰ ਬਿਲਕੁਲ ਵੀ ਆਰਡਰ ਨਹੀਂ ਦੇ ਰਹੇ ਸਨ, ਜਦੋਂ ਕਿ ਹੁਣ ਉਹ ਦੁੱਗਣਾ ਆਰਡਰ ਦੇ ਰਹੇ ਹਨ। ਇਸ ਦਾ ਕੀ ਕਾਰਨ ਸੀ? ਉਸਨੇ ਸੋਡਾ ਫਾਊਂਟੇਨ ਵਾਲੇ ਕਰਮਚਾਰੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਹਾਡੇ ਜਾਣ ਤੋਂ ਬਾਅਦ ਇਹ ਸੋਡਾ ਕਲਰਕ ਮੇਰੇ ਕੋਲ ਆਇਆ। ਇਸਨੇ ਮੈਨੂੰ ਕਿਹਾ ਕਿ ਤੁਸੀਂ ਉਹ ਗਿਣੇ ਚੁਣੇ ਸੇਲਜ਼ਮੈਨਾਂ ਵਿੱਚ ਇੱਕ ਹੋ ਜਿਹੜੇ ਮਾਲਕ ਤੋਂ ਇਲਾਵਾ ਹੋਰ ਵਰਕਰਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਹਿਮਤ ਚੁੱਕਦੇ ਹੋ। ਉਸਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਹੀ ਵਧੀਆ ਸੇਲਜ਼ਮੈਨ ਹੋ। ਮੈਨੂੰ ਉਸ ਦੀ ਗੱਲ ਮੰਨਣੀ ਪਈ ਤੇ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਤੋਂ ਵੀ ਦੁੱਗਣਾ ਆਰਡਰ ਦੇ ਰਿਹਾ ਹਾਂ। ਮੈਂ ਇਹ ਕਦੇ ਵੀ ਨਹੀਂ ਭੁੱਲਿਆ ਕਿ ਦੂਜੇ ਲੋਕਾਂ ਵਿੱਚ ਸੱਚਮੁੱਚ ਦਿਲਚਸਪੀ ਲੈਣਾ ਸੇਲਜ਼ਮੈਨਾਂ ਲਈ ਇੱਕ ਬਹੁਤ ਮਹੱਤਵਪੂਰਨ ਗੁਣ ਹੈ। ਉਸ ਤਰ੍ਹਾਂ ਦੇਖਿਆ ਜਾਏ ਤਾਂ ਹਰ ਇੱਕ ਲਈ ਇਹ ਬਹੁਤ ਮਹੱਤਵਪੂਰਨ ਗੁਣ ਹੈ। ਮੈਂ ਆਪਣੇ ਨਿੱਜੀ ਅਨੁਭਵ ਤੋਂ ਜਾਣਦਾ ਹਾਂ ਕਿ ਜੇਕਰ ਅਸੀਂ ਕਿਸੇ ਵਿਅਕਤੀ ਵਿੱਚ ਸੱਚਮੁੱਚ ਦਿਲਚਸਪੀ ਲੈਂਦੇ ਹਾਂ, ਉਹ ਭਾਵੇਂ ਕਿੰਨਾ ਪ੍ਰਸਿੱਧ ਜਾਂ ਵਿਅਸਤ ਨਾ ਹੋਵੇ, ਉਹ ਸਾਡੇ ਵੱਲ ਧਿਆਨ ਦੇਵੇਗਾ, ਸਾਨੂੰ ਆਪਣਾ ਸਮਾਂ ਤੇ ਸਹਿਯੋਗ ਦੇਵੇਗਾ। ਮੈਂ ਤੁਹਾਨੂੰ ਇਸ ਦਾ ਉਦਾਹਰਨ ਦਿੰਦਾ ਹਾਂ। ਸਾਲਾਂ ਪਹਿਲਾਂ ਮੈਂ ਬਰੁਕਲਿਨ ਇੰਸਟੀਚਿਊਟ ਆਫ ਆਰਟਸ ਐਂਡ ਸਾਇੰਸਿਜ਼ ਵਿੱਚ ਕਹਾਣੀ ਲਿਖਣ ਦਾ ਇੱਕ ਕੋਰਸ ਚਲਾਇਆ ਸੀ। ਅਸੀਂ ਕੈਥਲੀਨ ਨੌਰਸ, ਫੈਨੀ ਹਰਸਟ, ਈਡਾ ਟਾਰਬੈਲ, ਐਲਬਰਟ ਪੇਸਨ ਅਤੇ ਰੂਪਰਟ ਹਿਊਜ਼ ਵਰਗੇ ਪ੍ਰਸਿੱਧ ਅਤੇ ਵਿਅਸਤ ਲੇਖਕਾਂ ਨੂੰ ਬਰੁਕਲਿਨ ਆ ਕੇ ਆਪਦੇ ਅਨੁਭਵ ਸੁਣਾਉਣ ਲਈ ਸੱਦਾ ਦਿੱਤਾ। ਅਸੀਂ ਆਪਣੇ ਖੱਤਾਂ ਵਿੱਚ ਉਹਨਾਂ ਨੂੰ ਇਹ ਦੱਸਿਆ ਕਿ ਅਸੀਂ ਉਹਨਾਂ ਦੇ ਲੇਖਣ ਨੂੰ ਕਿੰਨਾ ਪਸੰਦ ਕਰਦੇ ਹਾਂ। ਅਸੀਂ ਉਹਨਾਂ ਦੀ ਸਲਾਹ ਜਾਣਨ ਵਿੱਚ ਸੱਚਮੁੱਚ ਦਿਲਚਸਪੀ ਰੱਖਦੇ ਹਾਂ ਤੇ ਅਸੀਂ ਉਹਨਾਂ ਦੀ ਸਫਲਤਾ ਦੇ ਰਹੱਸ ਜਾਣਨਾ ਤੇ ਸਿੱਖਣਾ ਚਾਹੁੰਦੇ ਹਾਂ। ਹਰ ਖੱਤ ਉੱਪਰ 150 ਵਿਦਿਆਰਥੀਆਂ ਦੇ ਸਾਈਨ ਸਨ। ਅਸੀਂ ਇਹ ਵੀ ਲਿਖਿਆ ਕਿ ਅਸੀਂ ਜਾਣਦੇ ਸੀ ਕਿ ਇਹ ਲੇਖਕ ਵਿਅਸਤ ਹੋਣਗੇ, ਇੰਨੇ ਵਿਅਸਤ ਕਿ ਭਾਸ਼ਣ ਤਿਆਰ ਕਰਨਾ ਉਹਨਾਂ ਲਈ ਸੌਖਾ ਨਹੀਂ ਹੋਵੇਗਾ। ਇਸ ਲਈ ਅਸੀਂ ਉਹਨਾਂ ਦੀ ਸਵਾਲਾਂ ਦੀ ਇੱਕ ਸੂਚੀ ਵੀ ਨੱਥੀ ਕਰ ਦਿੱਤੀ, ਜਿਸ ਦੇ ਆਧਾਰ 'ਤੇ ਉਹ ਆਪਣੇ ਜੀਵਨ ਨੂੰ ਅਤੇ ਆਪਣੇ ਕੰਮ ਦੇ ਤਕਨੀਕ ਦੇ ਆਧਾਰ 'ਤੇ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਸਨ। ਉਹਨਾਂ ਨੂੰ ਇਹ ਚੰਗਾ ਲੱਗਿਆ। ਇਹ ਕਿਸ ਨੂੰ ਚੰਗਾ ਨਹੀਂ ਲੱਗੇਗਾ। ਤਾਂ ਉਹ ਆਪਣੇ ਘਰਾਂ ਨੂੰ ਛੱਡ ਕੇ, ਆਪਦੇ ਕੰਮਾਂ ਕਾਜਾਂ ਨੂੰ ਛੱਡ ਕੇ ਬਰੁਕਲਿਨ ਆਏ ਤੇ ਸਾਡੀ ਕਲਾਸ ਵਿੱਚ ਲੈਕਚਰ ਦਿੱਤਾ। ਇਸੇ ਤਰੀਕੇ ਨਾਲ ਮੈਂ ਥਿਊਡੋਰ ਰੋਜ਼ਵੈਲਟ ਦੇ ਕੈਬਨਿਟ ਮਿਨਿਸਟਰ ਲੇਸਲੀ ਐਮ ਸ਼ਾ ਟੇਟ, ਕੈਬਨਿਟ ਦੇ ਅਟਾਰਨੀ ਜਨਰਲ ਜਾਰਜ ਡਬਲਿਊ ਵਿਕਰਸ਼ਮ ਫਰੈਂਕਲਿਨ ਡੀ ਰੋਜ਼ਵੈਲਟ ਅਤੇ ਕਈ ਹੋਰ ਪ੍ਰਸਿੱਧ ਹਸਤੀਆਂ ਨੂੰ ਆਪਣੀ ਪਬਲਿਕ ਸਪੀਕਿੰਗ ਕਲਾਸਾਂ ਅੰਦਰ ਲੈਕਚਰ ਦੇਣ ਲਈ ਰਾਜੀ ਕਰ ਲਿਆ। ਭਾਵੇਂ ਅਸੀਂ ਫੈਕਟਰੀ ਵਿੱਚ ਮਜ਼ਦੂਰ ਹੋਈਏ, ਆਫਿਸ ਵਿੱਚ ਕਲਰਕ ਜਾਂ ਸਿੰਘਾਸਣ ਉੱਤੇ ਬੈਠੇ ਹੋਏ ਸਮਰਾਟ ਹੋਈਏ, ਅਸੀਂ ਸਾਰੇ ਇਹੋ ਜਿਹੇ ਲੋਕਾਂ ਨੂੰ ਪਸੰਦ ਕਰਦੇ ਹਾਂ ਜਿਹੜੇ ਸਾਡੀ ਸ਼ਲਾਘਾ ਕਰਦੇ ਹਨ। ਉਦਾਹਰਨ ਲਈ ਜਰਮਨੀ ਦੇ ਕੈਸਰ ਨੂੰ ਹੀ ਲੈ ਲਓ। ਪਹਿਲੀ ਸੰਸਾਰ ਜੰਗ ਵਿੱਚ ਸਮਾਪਤੀ ਸਮੇਂ ਪੂਰੀ ਦੁਨੀਆ ਉਸ ਨਾਲ ਨਫ਼ਰਤ ਕਰਦੀ ਸੀ।
ਉਹ ਆਪਣਾ ਦੇਸ਼ ਵੀ ਉਸ ਦੇ ਖਿਲਾਫ ਹੋ ਗਿਆ ਤੇ ਉਸ ਨੂੰ ਆਪਦੀ ਜਾਨ ਬਚਾਉਣ ਲਈ ਹਾਲੈਂਡ ਭੱਜਣਾ ਪਿਆ। ਕਰੋੜਾਂ ਲੋਕ ਉਸ ਨਾਲ ਇੰਨੀ ਜ਼ਿਆਦਾ ਨਫ਼ਰਤ ਕਰਦੇ ਕਿ ਉਹਨਾਂ ਦਾ ਵਸ ਚੱਲਦਾ ਤੇ ਉਸਦੇ ਟੋਟੇ ਟੋਟੇ ਕਰ ਦਿੰਦੇ ਜਾਂ ਜਿੰਦਾ ਸਾੜ ਸੁੱਟਦੇ। ਜਦੋਂ ਸਾਰੀ ਦੁਨੀਆ ਉਸ ਨਾਲ ਨਫ਼ਰਤ ਕਰ ਰਹੀ ਸੀ, ਉਦੋਂ ਇੱਕ ਨਿੱਕੇ ਬੱਚੇ ਨੇ ਕੈਸਰ ਨੂੰ ਇੱਕ ਸਾਦੀ ਤੇ ਸੱਚੀ ਚਿੱਠੀ ਲਿਖੀ, ਜਿਸ ਵਿੱਚ ਤਾਰੀਫ ਸ਼ਲਾਘਾ ਸਾਫ਼ ਝਲਕ ਰਹੀ ਸੀ। ਉਸ ਨਿੱਕੇ ਬੱਚੇ ਨੇ ਲਿਖਿਆ ਕਿ ਹੋਰ ਲੋਕ ਭਾਵੇਂ ਕੁਝ ਵੀ ਸੋਚਣ ਜਾਂ ਕਹਿਣ, ਉਸ ਦੀਆਂ ਨਜ਼ਰਾਂ ਅੰਦਰ ਵਿਲਹੈਮ ਹੀ ਜਰਮਨ ਸਮਰਾਟ ਸੀ ਤੇ ਉਹ ਉਹਨਾਂ ਨੂੰ ਸਦਾ ਪ੍ਰੇਮ ਕਰਦਾ ਰਹੇਗਾ। ਜਰਮਨ ਸਮਰਾਟ ਇਸ ਚਿੱਠੀ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਇਸ ਨਿੱਕੇ ਬੱਚੇ ਨੂੰ ਮਿਲਣ ਲਈ ਸੱਦਿਆ। ਬੱਚਾ ਆਇਆ, ਉਸ ਦੀ ਮਾਂ ਵੀ ਨਾਲ ਆਈ ਤੇ ਸਮਰਾਟ ਨੇ ਬੱਚੇ ਦੀ ਮਾਂ ਨਾਲ ਵਿਆਹ ਕਰਾ ਲਿਆ। ਨਿੱਕੇ ਬੱਚੇ ਨੂੰ ਲੋਕਾਂ ਦਾ ਦਿਲ ਜਿੱਤਣਾ ਸਿੱਖਣ ਤੇ ਪ੍ਰਭਾਵਿਤ ਕਰਨ ਲਈ ਕਿਸੇ ਪੁਸਤਕ ਨੂੰ ਪੜ੍ਹਨ ਦੀ ਲੋੜ ਨਹੀਂ ਸੀ। ਉਹ ਕੁਦਰਤੀ ਤੌਰ ਤੇ ਜਾਣਦਾ ਸੀ ਕਿ ਇਸ ਤਰ੍ਹਾਂ ਕਿਵੇਂ ਕੀਤਾ ਜਾਂਦਾ ਹੈ। ਜੇਕਰ ਅਸੀਂ ਸੱਚਮੁੱਚ ਦੋਸਤ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਦੂਜੇ ਲੋਕਾਂ ਲਈ ਕੁਝ ਕਰਨਾ ਹੋਵੇਗਾ। ਇਹੋ ਜਿਹਾ ਕੰਮ ਜਿਸ ਵਿੱਚ ਸਮਾਂ, ਊਰਜਾ ਅਤੇ ਵਿਚਾਰ ਦੀ ਜ਼ਰੂਰਤ ਹੋਵੇਗੀ। ਜਦੋਂ ਡਿਊਕ ਆਫ ਵਿੰਡਸਰ ਪ੍ਰਿੰਸ ਆਫ ਵੇਲਜ਼ ਸਨ ਤਾਂ ਉਹਨਾਂ ਨੂੰ ਦੱਖਣੀ ਅਮਰੀਕਾ ਦਾ ਦੌਰਾ ਕਰਨਾ ਸੀ। ਉੱਥੇ ਜਾਣ ਤੋਂ ਪਹਿਲਾਂ ਉਹਨਾਂ ਨੇ ਮਹੀਨਿਆਂ ਬੱਧੀ ਸਪੈਨਿਸ਼ ਭਾਸ਼ਾ ਸਿੱਖਣ ਲਈ ਮਿਹਨਤ ਕੀਤੀ ਤਾਂ ਕਿ ਉਹ ਉੱਥੋਂ ਦੇ ਨਾਗਰਿਕਾਂ ਨੂੰ ਉਸੇ ਦੇਸ਼ ਦੀ ਭਾਸ਼ਾ ਅੰਦਰ ਸੰਬੋਧਿਤ ਕਰ ਸਕਣ ਅਤੇ ਦੱਖਣੀ ਅਮਰੀਕਾ ਦੇ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ। ਕਈ ਸਾਲਾਂ ਤੋਂ ਮੇਰੀ ਆਦਤ ਹੈ ਕਿ ਮੈਂ ਆਪਣੇ ਦੋਸਤਾਂ ਦੇ ਜਨਮ ਦਿਨ ਯਾਦ ਰੱਖਦਾ ਹਾਂ। ਹਾਲਾਂਕਿ ਜੋਤਿਸ਼ ਵਿੱਚ ਮੇਰਾ ਜਰਾ ਵੀ ਵਿਸ਼ਵਾਸ ਨਹੀਂ, ਪਰ ਮੈਂ ਸਾਹਮਣੇ ਵਾਲੇ ਨੂੰ ਪੁੱਛਦਾ ਹਾਂ ਕਿ ਕੀ ਉਹਨਾਂ ਮੁਤਾਬਿਕ ਜਨਮ ਮਿਤੀ ਅਤੇ ਵਿਅਕਤੀ ਦੇ ਸੁਭਾਅ ਵਿੱਚ ਕੋਈ ਸੰਬੰਧ ਹੁੰਦਾ ਹੈ। ਫਿਰ ਮੈਂ ਉਹਨਾਂ ਕੋਲੋਂ ਉਹਨਾਂ ਦੀ ਜਨਮ ਮਿਤੀ ਪੁੱਛਦਾ। ਜੇਕਰ ਉਹ ਕਹਿੰਦੇ ਹਨ 24 ਨਵੰਬਰ ਤਾਂ ਮੈਂ ਮਨ ਹੀ ਮਨ ਦੁਹਰਾਉਂਦਾ ਹਾਂ 24 ਨਵੰਬਰ 24 ਨਵੰਬਰ। ਜਿਵੇਂ ਹੀ ਮੇਰੇ ਦੋਸਤ ਦੀ ਪਿੱਠ ਮੇਰੇ ਵੱਲ ਹੁੰਦੀ ਹੈ, ਮੈਂ ਉਸਦਾ ਨਾਂ ਤੇ ਜਨਮ ਦਿਨ ਲਿਖ ਲੈਂਦਾ ਹਾਂ। ਬਾਅਦ ਵਿੱਚ ਮੈਂ ਇਸ ਨੂੰ ਆਪਣੀ ਬਰਥਡੇ ਬੁੱਕ ਅੰਦਰ ਨੋਟ ਕਰ ਲੈਂਦਾ ਹਾਂ। ਹਰ ਸਾਲ ਦੇ ਸ਼ੁਰੂਆਤ ਵਿੱਚ ਮੈਂ ਇਹਨਾਂ ਜਨਮ ਮਿਤੀਆਂ ਨੂੰ ਆਪਣੇ ਕੈਲੰਡਰ ਉੱਤੇ ਲਿਖ ਲੈਂਦਾ ਹਾਂ ਤਾਂ ਜੋ ਮੇਰੀਆਂ ਨਜ਼ਰਾਂ ਸਾਹਮਣੇ ਰਹਿਣ। ਜਦੋਂ ਜਨਮ ਦਿਨ ਆਉਂਦਾ ਹੈ ਤਾਂ ਮੈਂ ਚਿੱਠੀ ਜਾਂ ਟੈਲੀਗ੍ਰਾਮ ਭੇਜ ਦਿੰਦਾ ਹਾਂ। ਇਸ ਦਾ ਕਿੰਨਾ ਵਧੀਆ ਪ੍ਰਭਾਵ ਪੈਂਦਾ ਹੈ। ਸ਼ਾਇਦ ਦੁਨੀਆ ਵਿੱਚ ਮੈਂ ਇਕੱਲਾ ਇਹੋ ਜਿਹਾ ਵਿਅਕਤੀ ਹੁੰਦਾ ਜਿਸ ਨੂੰ ਉਸ ਦਾ ਜਨਮ ਦਿਨ ਯਾਦ ਰਿਹਾ। ਜੇਕਰ ਅਸੀਂ ਦੋਸਤ ਬਣਾਉਣਾ ਚਾਹੁੰਦੇ ਹਾਂ, ਜੇਕਰ ਅਸੀਂ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਹਾਂ ਤਾਂ ਸਾਨੂੰ ਲੋਕਾਂ ਨਾਲ ਉਤਸ਼ਾਹ ਨਾਲ ਮਿਲਣਾ ਚਾਹੀਦਾ। ਜਦੋਂ ਕੋਈ ਤੁਹਾਨੂੰ ਫੋਨ ਤੇ ਗੱਲ ਕਰੇ ਤਾਂ ਵੀ ਉਸ ਨੂੰ ਉਸੇ ਉਤਸ਼ਾਹ ਦਾ ਪ੍ਰਦਰਸ਼ਨ ਕਰਨਾ ਚਾਹੀਦਾ। ਇਸ ਤਰ੍ਹਾਂ ਹੈਲੋ ਬੋਲੋ ਕਿ ਸਾਹਮਣੇ ਵਾਲੇ ਵਿਅਕਤੀ ਨੂੰ ਇਹ ਲੱਗੇ ਕਿ ਤੁਸੀਂ ਉਸ ਨਾਲ ਗੱਲ ਕਰਕੇ ਖੁਸ਼ ਹੋ ਰਹੇ ਹੋ। ਕਈ ਕੰਪਨੀਆਂ ਆਪਣੇ ਟੈਲੀਫੋਨ ਆਪਰੇਟਰਾਂ ਨੂੰ ਇਸ ਤਰ੍ਹਾਂ ਗੱਲ ਕਰਨਾ ਸਿਖਾਉਂਦੀਆਂ ਹਨ ਕਿ ਉਹਨਾਂ ਦੇ ਆਵਾਜ਼ ਦੀ ਟੋਨ ਨਾਲ ਰੁਚੀ ਅਤੇ ਉਤਸ਼ਾਹ ਪ੍ਰਦਰਸ਼ਿਤ ਹੋਵੇ। ਸਾਹਮਣੇ ਵਾਲੇ ਨੂੰ ਇਹ ਲੱਗਣਾ ਚਾਹੀਦਾ ਕਿ ਕੰਪਨੀ ਉਹਨਾਂ ਦਾ ਖਿਆਲ ਰੱਖ ਰਹੀ ਹੈ। ਕੱਲ੍ਹ ਜਦੋਂ ਅਸੀਂ ਫੋਨ ਉੱਤੇ ਗੱਲ ਕਰੀਏ ਤਾਂ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ। ਹੋਰਾਂ ਵਿੱਚ ਦਿਲਚਸਪੀ ਲੈਣ ਨਾਲ ਨਾ ਕੇਵਲ ਤੁਸੀਂ ਲੋਕਾਂ ਨੂੰ ਆਪਦਾ ਦੋਸਤ ਬਣਾ ਲੈਂਦੇ ਹੋ, ਬਲਕਿ ਤੁਸੀਂ ਕੰਪਨੀ ਦੇ ਗ੍ਰਾਹਕਾਂ ਨੂੰ ਸਥਾਈ ਵੀ ਬਣਾ ਲੈਂਦੇ ਹੋ। ਨਿਊਯਾਰਕ ਦੀ ਨੈਸ਼ਨਲ ਬੈਂਕ ਆਫ ਨਾਰਥ ਅਮਰੀਕਾ ਦੇ ਇੱਕ ਅੰਕ ਅੰਦਰ ਇਹ ਪੱਤਰ ਪ੍ਰਕਾਸ਼ਿਤ ਹੋਇਆ। ਇਸ ਨੂੰ ਮੈਡਲਿਨ ਰੋਜ਼ਲੈਂਡ ਨਾਂ ਦੀ ਇੱਕ ਗਾਹਕ ਨੇ ਲਿਖਿਆ ਸੀ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਸਟਾਫ ਤੋਂ ਕਿੰਨੀ ਪ੍ਰਭਾਵਿਤ ਹਾਂ। ਸਾਰੇ ਕਰਮਚਾਰੀ ਸਲੀਕੇ ਵਾਲੇ, ਮਦਦਗਾਰ ਤੇ ਮਿੱਠ ਬੋਲੜੇ ਹਨ। ਕਿੰਨਾ ਚੰਗਾ ਲੱਗਦਾ ਹੈ ਜਦੋਂ ਲੰਮੀ ਲਾਈਨ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਟੈਲਰ ਮਿੱਠੀ ਆਵਾਜ਼ ਵਿੱਚ ਤੁਹਾਡਾ ਸਵਾਗਤ ਕਰਦੀ ਹੈ। ਪਿਛਲੇ ਸਾਲ ਮੇਰੀ ਮਾਂ 5 ਮਹੀਨਿਆਂ ਤੱਕ ਹਸਪਤਾਲ ਅੰਦਰ ਐਡਮਿਟ ਰਹੀ। ਅਕਸਰ ਮੈਂ ਪੈਸੇ ਕਢਵਾਉਣ ਲਈ ਟੈਲਰ ਕਾਊਂਟਰ ਉੱਤੇ ਬੈਠੀ ਮੈਰੀ ਪੈਟਰਸੋਲੋ ਕੋਲ ਜਾਂਦੀ ਸੀ। ਉਹਨਾਂ ਨੇ ਮੇਰੇ ਕੋਲੋਂ ਹਰ ਵਾਰੀ ਮੇਰੀ ਮਾਂ ਦੀ ਤਬੀਅਤ ਬਾਰੇ ਪੁੱਛਿਆ। ਉਹ ਸੱਚਮੁੱਚ ਉਹਨਾਂ ਨੂੰ ਲੈ ਕੇ ਫਿਕਰਮੰਦ ਸੀ। ਕਿ ਹੁਣ ਵੀ ਤੁਹਾਨੂੰ ਇਸ ਗੱਲ ਉੱਤੇ ਸ਼ੱਕ ਹੈ ਕਿ ਮਿਸਿਸ ਰੋਜ਼ਡੇਲ ਉਸ ਬੈਂਕ ਦੀ ਗਾਹਕ ਬਣੀ ਰਹੇਗੀ? ਨਿਊਯਾਰਕ ਦੀ ਹੀ ਇੱਕ ਵੱਡੀ ਬੈਂਕ ਨੇ ਚਾਰਲਸ ਆਫ ਵਾਲਟਰਸ ਨੂੰ ਕਿਸੇ ਕਾਰਪੋਰੇਸ਼ਨ ਬਾਰੇ ਖੂਫੀਆ ਰਿਪੋਰਟ ਤਿਆਰ ਕਰਨ ਦਾ ਕੰਮ ਸੌਂਪਿਆ। ਵਾਲਟਰਸ ਨੂੰ ਪਤਾ ਸੀ ਕਿ ਕੇਵਲ ਇੱਕੋ ਹੀ ਵਿਅਕਤੀ ਉਸ ਨੂੰ ਸਾਰੇ ਤੱਥ ਇੰਨੇ ਘੱਟ ਸਮੇਂ ਅੰਦਰ ਦੇ ਸਕਦਾ ਸੀ। ਤੇ ਜਦੋਂ ਵਾਲਟਰਸ ਉਸ ਪ੍ਰੈਜ਼ੀਡੈਂਟ ਨੂੰ ਮਿਲਣ ਗਏ ਤਾਂ ਇੱਕ ਔਰਤ ਨੇ ਦਰਵਾਜ਼ੇ ਅੰਦਰ ਆਪਣਾ ਸਿਰ ਪਾਇਆ ਤੇ ਪ੍ਰੈਜ਼ੀਡੈਂਟ ਨੂੰ ਦੱਸਿਆ ਕਿ ਉਸ ਦਿਨ ਦੀ ਡਾਕ ਵਿੱਚ ਵਿਦੇਸ਼ੀ ਟਿਕਟ ਨਹੀਂ ਆਏ ਸਨ। ਪ੍ਰੈਜ਼ੀਡੈਂਟ ਨੇ ਵਾਲਟਰਸ ਨੂੰ ਦੱਸਿਆ, ਮੈਂ ਆਪਣੇ 12 ਸਾਲ ਦੇ ਪੁੱਤਰ ਲਈ ਡਾਕ ਟਿਕਟ ਇਕੱਤਰ ਕਰ ਰਿਹਾ ਹਾਂ। ਵਾਲਟਰਸ ਨੇ ਆਪਣੀ ਸਮੱਸਿਆ ਦੱਸੀ ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਪ੍ਰੈਜ਼ੀਡੈਂਟ ਨੇ ਗੋਲ-ਮੋਲ ਜਵਾਬ ਦਿੱਤੇ ਤੇ ਜਿਹੜੇ ਨਾ ਤਾਂ ਸਪਸ਼ਟ ਸਨ ਤੇ ਨਾ ਹੀ ਵਾਲਟਰਸ ਦੀ ਸਮੱਸਿਆ ਨੂੰ ਸੁਲਝਾਉਣ ਲਈ ਸਹਾਈ ਸਨ। ਕੰਪਨੀ ਦਾ ਪ੍ਰੈਜ਼ੀਡੈਂਟ ਗੱਲ ਨਹੀਂ ਸੀ ਕਰਨੀ ਚਾਹੁੰਦਾ ਤੇ ਇਹ ਸਾਫ਼ ਸੀ ਕਿ ਉਸ ਨਾਲ ਗੱਲ ਕਢਵਾਈ ਜਾ ਸਕਦੀ ਸੀ। ਕੁੱਲ ਮਿਲਾ ਕੇ ਇੰਟਰਵਿਊ ਸੰਖੇਪ ਅਤੇ ਵਿਅਰਥ ਸਾਬਤ ਹੋਇਆ। ਸਾਡੀ ਕਲਾਸ ਦੇ ਸਾਹਮਣੇ ਇੱਕ ਕਹਾਣੀ ਸੁਣਾਉਂਦੇ ਹੋਏ ਵਾਲਟਰਸ ਨੇ ਦੱਸਿਆ ਕਿ ਸੱਚ ਕਿਹਾ ਜਾਵੇ ਤਾਂ ਮੈਂ ਇਹ ਨਹੀਂ ਜਾਣਦਾ ਸੀ ਕਿ ਇਸ ਹਾਲਤ ਵਿੱਚ ਕੀ ਕੀਤਾ ਜਾਏ। ਫਿਰ ਮੈਨੂੰ ਯਾਦ ਆਇਆ ਕਿ ਉਸਦੀ ਸੈਕਟਰੀ ਨੇ ਕੀ ਕਿਹਾ ਸੀ, ਡਾਕ ਟਿਕਟ, 12 ਸਾਲਾਂ ਦਾ ਪੁੱਤਰ। ਤੇ ਮੈਨੂੰ ਇਹ ਵੀ ਯਾਦ ਆਇਆ ਕਿ ਸਾਡੇ ਬੈਂਕ ਦਾ ਵਿਦੇਸ਼ ਵਿਭਾਗ ਡਾਕ ਟਿਕਟ ਇਕੱਠੀਆਂ ਕਰਦਾ ਸੀ। ਹਰ ਦੇਸ਼ ਵਿੱਚ ਆਉਣ ਵਾਲੇ ਖਤਾਂ ਦੇ ਡਾਕ ਟਿਕਟ ਸਾਡੇ ਸੰਗ੍ਰਹਿ ਅੰਦਰ ਹਨ। ਅਗਲੇ ਦਿਨ ਮੈਂ ਉਸੇ ਪ੍ਰੈਜ਼ੀਡੈਂਟ ਨੂੰ ਫੇਰ ਮਿਲਣ ਲੱਗਿਆ ਤੇ ਮੈਂ ਇਹੀ ਸੁਨੇਹਾ ਭਜਵਾਇਆ ਕਿ ਮੈਂ ਉਸਦੇ ਪੁੱਤਰ ਲਈ ਕੁਝ ਡਾਕ ਟਿਕਟਾਂ ਲੈ ਕੇ ਆਇਆ ਹਾਂ। ਮੈਨੂੰ ਛੇਤੀ ਹੀ ਬੁਲਵਾਇਆ ਗਿਆ
ਤੇ ਉਸਨੇ ਮੇਰੇ ਨਾਲ ਇੰਨੀ ਗਰਮਜੋਸ਼ੀ ਨਾਲ ਹੱਥ ਮਿਲਾਇਆ ਜਿਵੇਂ ਪਾਰਲੀਮੈਂਟ ਦੀ ਚੋਣ ਲੜਨ ਜਾ ਰਿਹਾ ਹੋਵੇ। ਉਸਦੀਆਂ ਅੱਖਾਂ ਵਿੱਚ ਦੋਸਤਾਨਾ ਚਮਕ ਸੀ ਤੇ ਉਸਦੇ ਚਿਹਰੇ ਉੱਤੇ ਮੁਸਕਰਾਹਟ ਸੀ। ਜਦੋਂ ਉਸਨੇ ਡਾਕ ਟਿਕਟਾਂ ਨੂੰ ਦੇਖਿਆ ਤੇ ਉਹ ਬੜਾ ਖੁਸ਼ ਹੋਇਆ। ਹਾਂ, ਇਹ ਮੇਰੇ ਜਾਰਜ ਨੂੰ ਬਹੁਤ ਪਸੰਦ ਆਉਣਗੀਆਂ ਤੇ ਉਹ ਵਾਲਾ ਡਾਕ ਟਿਕਟ ਕਿੰਨਾ ਸੋਹਣਾ ਹੈ। ਅਸੀਂ ਅੱਧੇ ਘੰਟੇ ਤੱਕ ਡਾਕ ਟਿਕਟਾਂ ਬਾਰੇ ਗੱਲਾਂ ਕਰਦੇ ਰਹੇ। ਉਸਨੇ ਮੈਨੂੰ ਆਪਣੇ ਬੱਚੇ ਦੀ ਤਸਵੀਰ ਵੀ ਦਿਖਾਈ। ਇਸ ਤੋਂ ਬਾਅਦ ਉਸਨੇ ਮੇਰੇ ਵੱਲੋਂ ਚਾਹੀ ਜਾਣਕਾਰੀ ਆਪ ਹੀ ਦੇ ਦਿੱਤੀ, ਜਦੋਂ ਕਿ ਮੈਂ ਇਸ ਬਾਰੇ ਉਸਨੂੰ ਕੁਝ ਵੀ ਨਹੀਂ ਸੀ ਕਿਹਾ। 1 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਉਸਨੇ ਮੈਨੂੰ ਸਾਰਾ ਕੁਝ ਦੱਸਿਆ ਜਿਹੜਾ ਉਸਨੂੰ ਪਤਾ ਸੀ। ਉਸਨੇ ਆਪਣੇ ਸਟਾਫ ਨੂੰ ਵੀ ਬੁਲਾਇਆ ਤੇ ਉਸ ਕੋਲੋਂ ਵੀ ਸਵਾਲ ਪੁੱਛੇ। ਉਸਨੇ ਕੁਝ ਹੋਰ ਲੋਕਾਂ ਕੋਲੋਂ ਵੀ ਫੋਨ ਤੇ ਜਾਣਕਾਰੀ ਲਈ। ਉਸਨੇ ਮੈਨੂੰ ਤੱਥ, ਅੰਕੜੇ, ਰਿਪੋਰਟ, ਚਿੱਠੀ ਪੱਤਰੀ ਸਾਰਾ ਕੁਝ ਦੇ ਦਿੱਤਾ। ਅਖਬਾਰ ਵਾਲਿਆਂ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਮੈਨੂੰ ਇੱਕ ਸਕੂਪ ਮਿਲ ਗਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਚਮਤਕਾਰ ਹੋ ਗਿਆ ਹੋਵੇ। ਇੱਕ ਹੋਰ ਉਦਾਹਰਨ ਦੇਖੋ। ਫਿਲਾਡੈਲਫੀਆ ਦੇ ਸੀਐਮ ਨਾਫਲੇ ਸਾਲਾਂ ਤੋਂ ਇੱਕ ਵੱਡੇ ਚੈਨ ਸਟੋਰ ਸੰਗਠਨ ਨੂੰ ਆਪਦਾ ਇੰਧਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ, ਪਰੰਤੂ ਚੈਨ ਸਟੋਰ ਸੰਗਠਨ ਸ਼ਹਿਰ ਤੋਂ ਬਾਹਰ ਕਿਸੇ ਹੋਰ ਡੀਲਰ ਤੋਂ ਤੇਲ ਮੰਗਵਾਉਂਦਾ ਸੀ। ਤੇ ਮਜ਼ੇ ਦੀ ਗੱਲ ਇਹ ਸੀ ਕਿ ਇੰਧਨ ਨੂੰ ਨਾਫਲੇ ਦੇ ਆਫਿਸ ਦੇ ਦਰਵਾਜ਼ੇ ਕੋਲ ਹੀ ਸਟੋਰ ਕੀਤਾ ਜਾਂਦਾ ਸੀ। ਨਾਫਲੇ ਨੇ ਸਾਡੀ ਕਲਾਸ ਵਿੱਚ ਭਾਸ਼ਣ ਦਿੱਤਾ, ਜਿਸ ਅੰਦਰ ਉਹਨਾਂ ਨੇ ਚੈਨ ਸਟੋਰਜ਼ ਉੱਤੇ ਆਪਦਾ ਗੁੱਸਾ ਕੱਢਿਆ ਤੇ ਉਹਨਾਂ ਨੂੰ ਦੇਸ਼ ਲਈ ਸ਼ਰਾਪ ਦੱਸਿਆ। ਤੇ ਇਸ ਤੋਂ ਬਾਅਦ ਵੀ ਉਹਨਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਉਹਨਾਂ ਨੂੰ ਮਾਲ ਕਿਉਂ ਨਹੀਂ ਵੇਚ ਪਾਏ। ਮੈਂ ਇਹ ਸੁਝਾਅ ਦਿੱਤਾ ਕਿ ਉਹ ਦੂਜੇ ਤਰੀਕੇ ਅਜਮਾਉਣ। ਸੰਖੇਪ ਵਿੱਚ ਜਿਹੜਾ ਕੁਝ ਵੀ ਹੋਇਆ ਉਹ ਇਹੋ ਸੀ। ਅਸੀਂ ਆਪਣੇ ਕੋਰਸ ਦੇ ਮੈਂਬਰਾਂ ਦੇ ਵਿਚਕਾਰ ਇੱਕ ਵਾਦ ਵਿਵਾਦ ਪ੍ਰਤੀਯੋਗਿਤਾ ਆਯੋਜਿਤ ਕੀਤੀ। ਉਸ ਦਾ ਵਿਸ਼ਾ ਸੀ ਚੈਨ ਸਟੋਰਸ ਨਾਲ ਦੇਸ਼ ਨੂੰ ਨਫਾ ਘੱਟ ਹੁੰਦਾ ਤੇ ਨੁਕਸਾਨ ਜ਼ਿਆਦਾ। ਮੇਰੇ ਸੁਝਾਅ ਤੇ ਨਾਫਲੇ ਨੇ ਵਿਸ਼ੇ ਦੇ ਉਲਟ ਵਿੱਚ ਭਾਵ ਕੇ ਚੈਨ ਸਟੋਰ ਦੇ ਪੱਖ ਵਿੱਚ ਬੋਲਣ ਦਾ ਨਿਰਣੇ ਲਿਆ। ਇਸ ਤੋਂ ਬਾਅਦ ਉਹ ਉਸੇ ਚੈਨ ਸਟੋਰ ਸੰਗਠਨ ਦੇ ਮਾਲਕ ਕੋਲ ਗਏ ਜਿਸ ਨਾਲ ਉਹ ਬੁਰੀ ਤਰ੍ਹਾਂ ਚਿੜਦੇ ਸਨ। ਨਾਫਲੇ ਨੇ ਉਸ ਨੂੰ ਕਿਹਾ, ਮੈਂ ਇੱਥੇ ਤੁਹਾਨੂੰ ਇੰਧਨ ਵੇਚਣ ਨਹੀਂ ਆਇਆ, ਬਲਕਿ ਤੁਹਾਡੇ ਕੋਲੋਂ ਸਹਾਇਤਾ ਲੈਣ ਆਇਆ ਹਾਂ। ਫਿਰ ਉਹਨਾਂ ਨੇ ਵਾਦ ਵਿਵਾਦ ਪ੍ਰਤੀਯੋਗਿਤਾ ਬਾਰੇ ਦੱਸਿਆ ਤੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਮਦਦ ਕਰੋ। ਕਈ ਹੋਰ ਵਿਅਕਤੀ ਮੈਨੂੰ ਇਸ ਦੇ ਨਫ਼ਿਆਂ ਬਾਰੇ ਉਹਨੇ ਆંકੜੇ ਤੇ ਜਾਣਕਾਰੀ ਨਹੀਂ ਦੇ ਸਕਦੇ ਜਿੰਨੇ ਕਿ ਤੁਸੀਂ ਦੇ ਸਕਦੇ ਹੋ। ਮੈਂ ਇਹ ਪ੍ਰਤੀਯੋਗਿਤਾ ਜਿੱਤਣਾ ਚਾਹੁੰਦਾ ਤੇ ਮੈਂ ਤੁਹਾਡੀ ਸਹਾਇਤਾ ਨਾਲ ਇਸ ਨੂੰ ਜਿੱਤ ਸਕਦਾ। ਬਾਕੀ ਦੀ ਕਹਾਣੀ ਤੁਸੀਂ ਨਾਫਲੇ ਦੇ ਸ਼ਬਦਾਂ ਵਿੱਚ ਸੁਣੋ। ਮੈਂ ਇਸ ਵਿਅਕਤੀ ਕੋਲੋਂ 1 ਮਿੰਟ ਦਾ ਸਮਾਂ ਮੰਗਿਆ ਸੀ, ਇਸ ਸ਼ਰਤ ਉੱਤੇ ਉਹ ਮੈਨੂੰ ਮਿਲਣ ਲਈ ਤਿਆਰ ਹੋ ਗਿਆ। ਪਰ ਜਦੋਂ ਉਸਨੇ ਮੇਰੀਆਂ ਗੱਲਾਂ ਸੁਣੀਆਂ ਤਾਂ ਉਸਨੇ ਮੇਰੇ ਨਾਲ 1 ਘੰਟੇ ਅਤੇ 47 ਮਿੰਟ ਤੱਕ ਗੱਲਾਂ ਕੀਤੀਆਂ। ਉਸਨੇ ਇੱਕ ਹੋਰ ਐਗਜ਼ੀਕਿਊਟਿਵ ਨੂੰ ਸੱਦਿਆ ਜਿਸਨੇ ਚੈਨ ਸਟੋਰਜ਼ ਉੱਪਰ ਇੱਕ ਪੁਸਤਕ ਲਿਖੀ ਸੀ। ਉਸਨੇ ਨੈਸ਼ਨਲ ਚੈਨ ਸਟੋਰਜ਼ ਐਸੋਸੀਏਸ਼ਨ ਨੂੰ ਫੋਨ ਕਰਕੇ ਮੇਰੇ ਲਈ ਇਸ ਵਿਸ਼ੇ ਉੱਪਰ ਹੋਈ ਵਾਦ ਵਿਵਾਦ ਪ੍ਰਤੀਯੋਗਿਤਾ ਦੀ ਰਿਪੋਰਟ ਮੰਗਾ ਕੇ ਮੈਨੂੰ ਦਿੱਤੀ। ਉਸਨੂੰ ਵਿਸ਼ਵਾਸ ਸੀ ਕਿ ਚੈਨ ਸਟੋਰਜ਼ ਸੱਚਮੁੱਚ ਮਾਨਵਤਾ ਦੀ ਸੇਵਾ ਕਰ ਰਹੀ ਸੀ। ਉਸਨੂੰ ਇਸ ਗੱਲ ਉੱਪਰ ਵੀ ਮਾਣ ਸੀ ਕਿ ਉਹ ਸਮਾਜ ਦੇ ਇੱਕ ਬਹੁਤ ਵੱਡੇ ਹਿੱਸੇ ਦਾ ਭਲਾ ਕਰ ਰਿਹਾ ਸੀ। ਗੱਲਾਂ ਕਰਨ ਵੇਲੇ ਉਸਦੀਆਂ ਅੱਖਾਂ ਵਿੱਚ ਚਮਕ ਸੀ। ਮੈਨੂੰ ਇਹ ਮੰਨਣਾ ਪਵੇਗਾ ਕਿ ਉਸਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਮੈਨੂੰ ਇਹੋ ਜਿਹੀਆਂ ਗੱਲਾਂ ਦਾ ਪਤਾ ਲੱਗਿਆ ਜਿਹੜੀਆਂ ਮੈਂ ਸੁਪਨੇ ਵਿੱਚ ਵੀ ਸੋਚ ਨਹੀਂ ਸੀ ਸਕਦਾ। ਉਸਨੇ ਮੇਰਾ ਸੋਚਣ ਦਾ ਨਜ਼ਰੀਆ ਬਦਲ ਦਿੱਤਾ। ਜਦੋਂ ਮੈਂ ਚੱਲਣ ਲੱਗਿਆ ਤਾਂ ਉਹ ਦਰਵਾਜ਼ੇ ਤੱਕ ਛੱਡਣ ਆਏ। ਉਹਨਾਂ ਨੇ ਮੇਰੇ ਮੋਢੇ ਉੱਤੇ ਹੱਥ ਰੱਖਿਆ ਤੇ ਮੈਨੂੰ ਇਹ ਪ੍ਰਤੀਯੋਗਿਤਾ ਜਿੱਤਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਮੈਂ ਇਸ ਦੇ ਨਤੀਜੇ ਬਾਰੇ ਦੱਸਣ ਲਈ ਇੱਕ ਵਾਰ ਤੋਂ ਫਿਰ ਉਹਨਾਂ ਨੂੰ ਮਿਲਾਂ। ਉਹਨਾਂ ਨੇ ਮੈਨੂੰ ਜਿਹੜੇ ਅੰਤਲੇ ਸ਼ਬਦ ਕਹੇ ਉਹ ਇਸ ਤਰ੍ਹਾਂ ਸਨ, ਮੈਂ ਚਾਹਾਂਗਾ ਤੁਸੀਂ ਬਸੰਤ ਵਿੱਚ ਫੇਰ ਤੋਂ ਮਿਲੋ। ਮੈਂ ਤੁਹਾਨੂੰ ਇੰਧਨ ਦਾ ਆਰਡਰ ਦੇਣਾ ਚਾਹੁੰਦਾ ਹਾਂ। ਮੇਰੇ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਮੈਂ ਸਾਲਾਂ ਤੋਂ ਉਸ ਨੂੰ ਇੰਧਨ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਮੇਰੀ ਗੱਲ ਨਹੀਂ ਸੀ ਸੁਣ ਰਿਹਾ ਤੇ ਹੁਣ ਉਹ ਮੇਰੇ ਬਿਨਾਂ ਕਹੇ ਮੇਰੇ ਸਾਹਮਣੇ ਇੰਧਨ ਖਰੀਦਣ ਦੀ ਪੇਸ਼ਕਸ਼ ਰੱਖ ਰਿਹਾ ਸੀ। ਮੈਂ ਉਸ ਵਿੱਚ ਉਸ ਦੀਆਂ ਸਮੱਸਿਆਵਾਂ ਅੰਦਰ 2 ਘੰਟੇ ਤੱਕ ਜੋ ਅਸਲ ਵਿੱਚ ਰੁਚੀ ਲਈ, ਉਸ ਦਾ ਕਾਰਨ ਇਹ ਚਮਤਕਾਰ ਹੋਇਆ ਸੀ। ਜੇਕਰ ਮੈਂ 10 ਸਾਲਾਂ ਤੱਕ ਇਹ ਕੋਸ਼ਿਸ਼ ਕਰਦਾ ਕਿ ਉਹ ਮੇਰੇ ਤੇ ਮੇਰੇ ਸਮਾਨ ਵਿੱਚ ਰੁਚੀ ਲੈ ਲੈਣ ਤਾਂ ਇਹ ਕਦੇ ਵੀ ਸੰਭਵ ਨਹੀਂ ਸੀ ਹੋਣਾ। ਤੁਸੀਂ ਕੋਈ ਵੀ ਨਵੀਂ ਗੱਲ ਨਹੀਂ ਲੱਭੀ ਹੈ ਮਿਸਟਰ ਨਾਫਲੇ। ਸਦੀਆਂ ਪਹਿਲਾਂ ਈਸਾ ਮਸੀਹ ਦੇ ਪੈਦਾ ਹੋਣ ਤੋਂ ਵੀ 1 ਸਦੀ ਪਹਿਲਾਂ ਪ੍ਰਸਿੱਧ ਰੋਮਨ ਕਵੀ ਪਬਲਿਸੀਅਸ ਸਾਇਰਸ ਨੇ ਕਿਹਾ ਸੀ, ਜਦੋਂ ਦੂਜੇ ਲੋਕ ਸਾਡੇ ਵਿੱਚ ਰੁਚੀ ਲੈਂਦੇ ਹਨ ਉਦੋਂ ਅਸੀਂ ਉਹਨਾਂ ਵਿੱਚ ਰੁਚੀ ਲੈਂਦੇ ਹਾਂ। ਜਿਵੇਂ ਮਨੁੱਖੀ ਸੰਬੰਧਾਂ ਦੇ ਹਰ ਸਿਧਾਂਤ ਬਾਰੇ ਸੱਚ ਹੈ, ਰੁਚੀ ਦਾ ਪ੍ਰਦਰਸ਼ਨ ਵੀ ਸੱਚਾ ਹੋਣਾ ਚਾਹੀਦਾ। ਇਸ ਨਾਲ ਰੁਚੀ ਪ੍ਰਦਰਸ਼ਿਤ ਕਰਨ ਵਾਲਿਆਂ ਦਾ ਵੀ ਭਲਾ ਨਹੀਂ ਹੋਣਾ ਚਾਹੀਦਾ, ਬਲਕਿ ਉਸ ਵਿਅਕਤੀ ਦਾ ਵੀ ਭਲਾ ਹੋਣਾ ਚਾਹੀਦਾ ਹੈ ਜਿਸ ਵਿੱਚ ਰੁਚੀ ਲਈ ਜਾ ਰਹੀ ਹੈ। ਇਹ 2-ਵੇ ਸਟਰੀਟ ਹੈ, ਦੋਵੇਂ ਹੀ ਪੱਖਾਂ ਨੂੰ ਨਫਾ ਹੁੰਦਾ ਹੈ। ਮਾਰਟਨ ਗਿੰਜ਼ਬਰਗ, ਜਿਨ੍ਹਾਂ ਨੇ ਨਿਊਯਾਰਕ ਦੇ ਲੌਂਗ ਆਈਲੈਂਡ ਵਿੱਚ ਸਾਡਾ ਕੋਰਸ ਕੀਤਾ ਸੀ, ਦੱਸਦੇ ਹਨ ਕਿ ਕਿਵੇਂ ਇੱਕ ਨਰਸ ਵੱਲੋਂ ਲਈ ਗਈ ਵਿਸ਼ੇਸ਼ ਰੁਚੀ ਨੇ ਉਹਨਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ। ਥੈਂਕਸਗਿਵਿੰਗ ਡੇ ਸੀ ਤੇ ਮੈਂ 10 ਸਾਲਾਂ ਦਾ ਸੀ। ਮੈਂ ਸ਼ਹਿਰ ਦੇ ਇੱਕ ਹਸਪਤਾਲ ਅੰਦਰ ਵੈਲਫੇਅਰ ਵਾਰਡ ਅੰਦਰ ਸੀ ਤੇ ਅਗਲੇ ਦਿਨ ਮੇਰਾ ਇੱਕ ਵੱਡਾ ਆਪਰੇਸ਼ਨ ਹੋਣਾ ਸੀ। ਮੈਂ ਜਾਣਦਾ ਸੀ ਮੈਨੂੰ ਮਹੀਨਿਆਂ ਬੱਧੀ ਦਰਦ ਸਹਿਣਾ ਹੋਵੇਗਾ ਤੇ ਠੀਕ ਹੋਣ ਤੋਂ ਪਹਿਲਾਂ ਬਿਸਤਰੇ ਉੱਤੇ ਪਿਆ ਰਹਿਣਾ ਹੋਵੇਗਾ।
ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮੇਰੀ ਮਾਂ ਤੇ ਮੈਂ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿੰਦੇ ਸੀ ਤੇ ਅਸੀਂ ਲੋਕ ਵੈਲਫੇਅਰ ਉੱਤੇ ਸੀ। ਮੇਰੀ ਮਾਂ ਉਸ ਦਿਨ ਮੈਨੂੰ ਮਿਲਣ ਨਹੀਂ ਆ ਪਈ। ਜਦੋਂ ਸ਼ਾਮ ਹੋਈ ਤਾਂ ਮੈਨੂੰ ਇਕੱਲਾਪਣ, ਨਿਰਾਸ਼ਾ ਅਤੇ ਡਰ ਦਾ ਪ੍ਰਬਲ ਅਹਿਸਾਸ ਹੋਇਆ। ਮੈਂ ਜਾਣਦਾ ਸੀ ਕਿ ਮੇਰੀ ਮਾਂ ਘਰ ਵਿੱਚ ਇਕੱਲੀ ਹੋਵੇਗੀ ਤੇ ਮੇਰੇ ਬਾਰੇ ਫਿਕਰਮੰਦ ਹੋਵੇਗੀ, ਕਿਉਂਕਿ ਉਹਨਾਂ ਕੋਲੇ ਕੋਈ ਨਹੀਂ ਹੋਵੇਗਾ ਜਿਸ ਨਾਲ ਉਹ ਖਾਣਾ ਖਾ ਸਕਣ, ਤੇ ਉਹਨਾਂ ਕੋਲ ਇੰਨੇ ਪੈਸੇ ਵੀ ਨਹੀਂ ਹੋਣਗੇ ਕਿ ਉਹ ਥੈਂਕਸਗਿਵਿੰਗ ਡੇ ਦੇ ਡਿਨਰ ਦਾ ਖਰਚਾ ਚੁੱਕ ਸਕਣ। ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮੈਂ ਆਪਣੇ ਸਿਰ ਨੂੰ ਸਿਰਹਾਣੇ ਅੰਦਰ ਛੁਪਾ ਕੇ ਉੱਪਰੋਂ ਦੀ ਚਾਦਰ ਲੈ ਲਈ। ਮੈਂ ਚੁੱਪ-ਚਪੀਤੇ ਰੋਂਦਾ ਰਿਹਾ, ਪਰੰਤੂ ਮੇਰੇ ਮਨ ਵਿੱਚ ਇੰਨੀ ਕੜੱਤਣ ਸੀ ਕਿ ਮੇਰਾ ਸਰੀਰ ਦਰਦ ਨਾਲ ਕਰਾਉਣ ਲੱਗ ਪਿਆ। ਇੱਕ ਮੁਟਿਆਰ ਸਟੂਡੈਂਟ ਨਰਸ ਨੇ ਮੇਰੇ ਰੋਣ ਦੀ ਆਵਾਜ਼ ਸੁਣੀ ਤੇ ਉਹ ਮੇਰੇ ਕੋਲ ਆਈ। ਉਸਨੇ ਮੇਰੇ ਚਿਹਰੇ ਤੋਂ ਚਾਦਰ ਹਟਾਈ ਤੇ ਮੇਰੇ ਅੱਥਰੂ ਪੂੰਝਣੇ ਸ਼ੁਰੂ ਕਰ ਦਿੱਤੇ। ਉਸਨੇ ਮੈਨੂੰ ਦੱਸਿਆ ਕਿ ਉਹ ਕਿੰਨੀ ਇਕੱਲੀ ਸੀ। ਉਸਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਸੀ। ਉਹ ਆਪਣੇ ਪਰਿਵਾਰ ਨਾਲ ਰਹਿਣ ਵਿੱਚ ਅਸਮਰੱਥ ਸੀ। ਉਸਨੇ ਮੈਨੂੰ ਪੁੱਛਿਆ ਕਿ ਕੀ ਮੈਂ ਉਸਦੇ ਨਾਲ ਡਿਨਰ ਕਰਨਾ ਚਾਹਾਂਗਾ। ਉਹ 2 ਟਰੇ ਖਾਣਾ ਲਿਆਈ, ਸਲਾਈਡ ਟਰਕੀ, ਆਲੂ, ਕੈਨਬਰੀ ਸੌਸ ਤੇ ਆਈਸਕ੍ਰੀਮ। ਉਸਨੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਮੇਰਾ ਡਰ ਘੱਟ ਕਰਨ ਦੀ ਕੋਸ਼ਿਸ਼। ਹਾਲਾਂਕਿ ਉਸਦੀ ਡਿਊਟੀ ਸ਼ਾਮ 4 ਵਜੇ ਖਤਮ ਹੋ ਜਾਂਦੀ, ਪਰੰਤੂ ਆਪਣੀ ਇੱਛਾ ਨਾਲ ਉਸ ਰਾਤ ਤੋਂ 11 ਵਜੇ ਤੱਕ ਰੁਕੀ ਰਹੀ। ਉਸਨੇ ਮੇਰੇ ਨਾਲ ਗੇਮਾਂ ਖੇਡੀਆਂ, ਮੇਰੇ ਨਾਲ ਗੱਲਾਂ ਕੀਤੀਆਂ ਤੇ ਮੇਰੇ ਨਾਲ ਉਦੋਂ ਤੱਕ ਰਹੀ ਜਦੋਂ ਤੱਕ ਮੈਨੂੰ ਨੀਂਦ ਨਾ ਆ ਗਈ। ਕਈ ਥੈਂਕਸਗਿਵਿੰਗ ਡੇ ਆਏ ਤੇ ਗਏ, ਪਰੰਤੂ ਹਰ ਥੈਂਕਸਗਿਵਿੰਗ ਡੇ ਉੱਤੇ ਮੈਨੂੰ ਉਹੀ ਪੁਰਾਣਾ ਦਿਨ ਯਾਦ ਆਉਂਦਾ ਹੈ। ਮੈਨੂੰ ਯਾਦ ਆਉਂਦਾ ਹੈ ਕਿ ਮੈਂ ਕਿੰਨਾ ਮਾਯੂਸ, ਡਰਿਆ ਹੋਇਆ, ਤਨਹਾ ਸੀ। ਕਿਸੇ ਅਜਨਬੀ ਨੇ ਮੈਨੂੰ ਉਹ ਪ੍ਰੇਮ ਅਤੇ ਕੋਮਲਤਾ ਪ੍ਰਦਾਨ ਕੀਤੀ ਜਿਸ ਦੀ ਵਜ੍ਹਾ ਨਾਲ ਮੈਂ ਸਾਰਾ ਕੁਝ ਸਹਿਣ ਦੇ ਕਾਬਲ ਬਣਿਆ। ਜੇਕਰ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਨੂੰ ਪਸੰਦ ਕਰਨ, ਜੇਕਰ ਤੁਸੀਂ ਸੱਚੇ ਦੋਸਤ ਬਣਨਾ ਚਾਹੁੰਦੇ ਹੋ, ਜੇਕਰ ਤੁਸੀਂ ਆਪਣੀ ਮਦਦ ਕਰਨ ਦੇ ਨਾਲੋਂ ਨਾਲ ਹੋਰਾਂ ਦੀ ਵੀ ਮਦਦ ਕਰਨੀ ਚਾਹੁੰਦੇ ਹੋ, ਤਾਂ ਇਸ ਸਿਧਾਂਤ ਨੂੰ ਯਾਦ ਰੱਖੋ। ਸਿਧਾਂਤ ਪਹਿਲਾ, ਦੂਜੇ ਲੋਕਾਂ ਵਿੱਚ ਸੱਚਮੁੱਚ ਦਿਲਚਸਪੀ ਲਓ।